विघ्न विनाशन सोय। कहाँ बुद्ध प्रभ कुछ हमारी, वर्ण सकै जो महिमा तिहारी। हम ना सकत कर सिफत तुम्हारी, आप ले हो तुम कथा सुधारी। हम ना सकत कर सिफत तुम्हारी, आप ले हो तुम कथा सुधारी। सतनाम श्री वाहेगुरु। सुन श्री नानक गिरा उचारी, दिन नसीहत सब सुखकारी। वाहिगुरु जी का खालसा, वाहिगुरु जी की फतेह। गुरु की साजी निवाजी गुरु रूप गुरु खालसा संगत जीओ, आप जी वडभागे हो। ਸਾਹਿਬਾਂ ਦੀ ਗੋਦ ਆਪ ਜੀ ਨੂੰ ਪ੍ਰਾਪਤ ਹੋ ਰਹੀ ਹੈ। ਧੰਨ ਗੁਰੂ ਨਾਨਕ ਸਿੰਘ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਜੀਵਨ ਆਪ ਜੀ ਸਰਵਣ ਕਰਦੇ ਆ ਰਹੇ ਹੋ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਗਾਥਾ। ਧੰਨ ਗੁਰੂ ਨਾਨਕ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਅਹਿਲਕਾਰਾਂ ਦੇ ਕੋਲੋਂ ਸਾਰੀ ਵਿਖਿਆ ਸੁਣੀ ਹੈ, ਉਪਰੰਤ ਇੱਕ ਸੰਦੇਸ਼ ਰਾਜੇ ਨੂੰ ਭੇਜਣਾ ਕਰਦੇ ਨੇ। ਰਾਜਾ ਉਹਨਾਂ ਸ਼ਬਦਾਂ ਦਾ ਬੱਧਾ ਹੋਇਆ ਧੰਨ ਗੁਰੂ ਨਾਨਕ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਿਹੜਾ ਹੈ ਆ ਕੇ ਨਮਸਕਾਰ ਕਰਦਾ ਹੈ। ਧੰਨ ਗੁਰੂ ਨਾਨਕ ਸਿੰਘ ਜੀ ਮਹਾਰਾਜ ਜੀ ਨੂੰ ਦੇਖਦਾ ਹੈ ਕਿ ਬਾਦਸ਼ਾਹ ਜਿਹੜੇ ਨੇ ਠਿਕਰੀਆਂ ਇਕੱਠੀਆਂ ਕਰ ਰਹੇ ਨੇ ਤੇ ਕਹਿੰਦੇ ਨੇ ਇਹ ਸਾਡੇ ਨਾਲ ਜਾਣਗੀਆਂ। ਰਾਜਾ ਕਹਿੰਦਾ ਹੈ ਇਹ ਸਰੀਰ ਵੀ ਇੱਥੇ ਰਹਿ ਜਾਣਾ ਹੈ, ਅੰਤ ਨੂੰ ਇਹਨੂੰ ਜਿਹੜਾ ਹੈ ਦਫਨ ਕਰ ਦੇਣਾ ਹੈ, ਤੇ ਫਿਰ ਇਹ ਠਿਕਰੀਆਂ ਜਿਹੜੀਆਂ ਨੇ ਉਹ ਕਿਸ ਤਰ੍ਹਾਂ ਨਾਲ ਜਿਹੜੀਆਂ ਨੇ ਜਾ ਸਕਦੀਆਂ ਨੇ। ਬਾਦਸ਼ਾਹ ਕਹਿੰਦੇ ਬਸ ਇਹ ਕਾਬੂ ਬਾਦਸ਼ਾਹ ਇਹੀ ਕੁਝ ਤੈਨੂੰ ਜਿਹੜਾ ਸੀ ਸਮਝਾਉਣਾ ਚਾਹੁੰਦੇ ਸਾਂ ਕਿ ਸੰਸਾਰ ਦੇ ਉੱਤੇ ਜੋ ਆਇਆ ਹੈ ਉਹਨੇ ਇੱਕ ਦਿਨ ਜਿਹੜਾ ਹੈ ਚਲਿਆ ਜਾਣਾ ਹੈ, ਤੇ ਤੂੰ ਆਪਣੇ ਇਹ ਮਾੜੇ ਕੰਮ ਜਿਹੜੇ ਪਾਪ ਕਰਦਾ ਹੈ ਇਹਨਾਂ ਨੂੰ ਜਿਹੜਾ ਹੈ ਛੱਡ ਦੇ, ਕਿਉਂਕਿ 45 ਗੰਜ ਜੋੜਿਆ ਹੋਇਆ ਧਨ ਜਿਹੜਾ ਹੈ ਉਹ ਵੀ ਕਦੀ ਵੀ ਤੇਰੇ ਨਾਲ ਜਿਹੜਾ ਹੈ ਨਹੀਂ ਜਾਣਾ। ਮਨ ਦਰਵਿਆ ਤੇ ਇਹ ਧੰਨ ਗੁਰੂ ਨਾਨਕ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਦਾ ਹੈ। ਤੇ ਹੁਣ ਮੱਥਾ ਟੇਕਣ ਉਪਰੰਤ ਇਹ ਧੰਨ ਗੁਰੂ ਨਾਨਕ ਸਿੰਘ ਜੀ ਨੂੰ ਕਹਿੰਦਾ ਹੈ ਮੇਰੇ ਬੜੇ ਪਾਪ ਕੀਤੇ ਹਨ, ਮੈਨੂੰ ਪਾਪਾਂ ਤੋਂ ਜਿਹੜਾ ਹੈ ਉਹ ਮੁਕਤ ਕਰਾਓ। ਮੈਂ ਤੁਹਾਡੀ ਸ਼ਰਨ ਦੇ ਵਿੱਚ ਹਾਂ। ਪਿਛਲਾ ਜੀਵਨ ਜਿਹੜਾ ਹੈ ਉਹਦੇ ਉੱਤੇ ਮੈਨੂੰ ਹੁਣ ਪਛਤਾਪ ਹੈ, ਅੱਗੇ ਮੈਨੂੰ ਜਿਹੜਾ ਹੈ ਉਹ ਮਾਰਗ ਪਾਓ। ਜਦੋਂ ਇੰਨੇ ਬਚਨ ਕੀਤੇ ਤੇ ਧੰਨ ਗੁਰੂ ਨਾਨਕ ਸਿੰਘ ਜੀ ਮਹਾਰਾਜ ਜੀ ਨੇ ਇਹਦੇ ਬਚਨ ਜਿਹੜੇ ਸੁਣੇ ਹਨ, ਹੁਣ ਉਹਨੂੰ ਜਿਹੜਾ ਹੈ ਇੱਕ ਨਸੀਹਤ ਦੇ ਰਹੇ ਹਨ। ਉਹ ਨਸੀਹਤਨਾਮਾ ਜੋ ਹੈ ਉਹ ਗੁਰ ਇਤਿਹਾਸ ਦੇ ਅੰਦਰ ਆਇਆ ਹੈ, ਇਸ ਪੋਥੀ ਦੇ ਵਿੱਚ ਨਹੀਂ ਸੀ, ਇਸ ਕਰਕੇ ਬਾਹਰੋਂ ਜਿਹੜਾ ਹੈ ਉਹ ਲੈਣਾ ਪਿਆ। ਉਹ ਨਸੀਹਤਨਾਮਾ ਜਿਹੜਾ ਹੈ ਆਪ ਜੀ ਅੱਜ ਸਾਰੀ ਗਾਥਾ ਜੋ ਨਸੀਹਤ ਉਸ ਕਾਬੂ ਬਾਦਸ਼ਾਹ ਨੂੰ ਧੰਨ ਗੁਰੂ ਨਾਨਕ ਸਿੰਘ ਜੀ ਮਹਾਰਾਜ ਇਸ ਨਸੀਹਤਨਾਮੇ ਰਾਹੀਂ ਦੇ ਰਹੇ ਨੇ, ਉਹ ਆਪ ਜੀ ਇਸ ਪ੍ਰਸੰਗ ਦੇ ਤਹਿਤ ਅੱਜ ਦੇ ਦੀਵਾਨ ਵਿੱਚ ਸਰਵਣ ਕਰੋਗੇ। ਦਿਓ ਅਸੀਸ, ਅੱਖ ਨਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਕੋ ਸਤਨਾਮ ਸ੍ਰੀ ਵਾਹਿਗੁਰੂ। ਤਲੰਗ ਮਹੱਲਾ ਪਹਿਲਾ ਕੀਜੇ ਨੇਕ ਨਾਮੀ ਜੋ ਦੇਵੇ ਖੁਦਾਏ। ਤਲੰਗ ਮਹੱਲਾ ਪਹਿਲਾ। ਗੁਰ ਕੀ ਸੰਗਤ ਜੀ, ਇਹ ਰਾਗ ਤਿਲੰਗ ਹੈ, ਪਰ ਇਹ ਬਾਣੀ ਦੇ ਸ਼ਬਦ ਨਹੀਂ ਹਨ। ਰਾਗ ਤਿਲੰਗ ਦੇ ਅੰਦਰ ਇਹ ਕਾਵਿ ਰਚਨਾ ਜਿਹੜੀ ਹੈ ਉਹ ਲਿਖੀ ਹੋਈ ਮੰਨੀ ਗਈ ਹੈ, ਜੋ ਵੀ ਸਾਡੇ ਪੰਥ ਪ੍ਰਮਾਣਿਤ ਜਿਹੜੇ ਵਿਆਖਿਆਕਾਰ ਹਨ
ਗੁਣੀ ਜਨ ਹਨ ਤਤ ਬੇਤੇ ਹਨ। ਇਹ ਰਾਗ ਤਿਲੰਗ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਉਹ ਮੁੱਖ ਬਚਨ ਹਨ। ਜਿਸ ਸਮੇਂ ਕਾਰੂ ਬਾਦਸ਼ਾਹ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆਇਆ ਹੈ ਤੇ ਉਹਨੂੰ ਜ਼ਿੰਦਗੀ ਦੇ ਵਿੱਚ ਕਰਨਾ ਕੀ ਹੈ, ਉਹਦੇ ਜਿਹੜੇ ਕੀਤੇ ਹੋਏ ਪਾਪ ਨੇ ਉਹ ਗਿਣਾ ਰਹੇ ਨੇ। ਤੇ ਇਹਨਾਂ ਬਚਨਾਂ ਦਾ ਜੋ ਸਿਰਲੇਖ ਹੈ ਉਹ ਹੈ ਨਸੀਹਤਨਾਮਾ। ਇੱਕ ਹੈ ਕਰਨੀਨਾਮਾ, ਇਹ ਹੈ ਨਸੀਹਤਨਾਮਾ। ਹੋਰ ਵੀ ਨਾਮੇ ਬੜੇ ਪ੍ਰਚਲਿਤ ਹੋਏ, ਜਿਸ ਤਰ੍ਹਾਂ ਜੰਗਨਾਮਾ, ਰਹਿਤਨਾਮਾ ਜਾਂ ਫਿਰ ਤਨਖਾਹਨਾਮਾ ਆਦਿ। ਇਹ ਨਸੀਹਤਨਾਮਾ ਉਹ ਹੈ ਜੋ ਕਾਰੂ ਬਾਦਸ਼ਾਹ ਜੀ ਨੂੰ ਦਿੱਤਾ ਗਿਆ। ਉਹ ਪਿਆਰ ਨਾਲ ਸਰਵ ਕਰੋ ਜੀ। ਕੀਜੇ ਨੇਕ ਨਾਮੀ ਜੋ ਦੇਵੇ ਖੁਦਾਏ, ਕੀਜੇ ਨੇਕ ਨਾਮੀ ਜੋ ਦੇਵੇ ਖੁਦਾਏ। ਇਹ ਕਾਰੂ ਬਾਦਸ਼ਾਹ, ਜੇ ਮਾਲਕ ਨੇ ਤੈਨੂੰ ਧਨ ਦੌਲਤ ਸੰਪਰਦਾ, ਤੈਨੂੰ ਜਿਹੜੀ ਹੈ ਕੁਰਸੀ ਮਾਨ ਤੇ ਵਡਿਆਈ ਦੇ ਦਿੱਤੀ ਹੈ ਨਾ, ਤੇ ਉਹਦੇ ਨਾਲ ਤੂੰ ਜਿਹੜਾ ਹੈ ਕੋਈ ਨੇਕ ਕੰਮ ਕਰ। ਪਿਆਰ ਨਾਲ ਕੋ ਸਤਨਾਮ ਸ੍ਰੀ ਵਾਹਿਗੁਰੂ। ਨਸੀਹਤ ਦੇ ਰਹੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ। ਇਹ ਕਾਰੂ ਬਾਦਸ਼ਾਹ, ਜੇ ਤੈਨੂੰ ਮਾਲਕ ਨੇ ਸੰਪਰਦਾ ਵਡਿਆਈਆਂ ਇੰਨੀਆਂ ਬਖਸ਼ ਦਿੱਤੀਆਂ ਨੇ, ਤੈਨੂੰ ਬਾਦਸ਼ਾਹੀ ਦੇ ਦਿੱਤੀ ਹੈ, ਤੇ ਕੀਤੇ ਨੇਕੇ ਨਾਮੀ ਜੋ ਦੇਵੈ ਖੁਦਾਏ। ਜੇ ਖੁਦਾ ਤੈਨੂੰ ਇੰਨਾ ਕੁਝ ਬਖਸ਼ ਦਿੱਤਾ ਹੈ ਖੁਦਾ ਨੇ, ਤੇ ਤੂੰ ਇਹਦੇ ਨਾਲ ਨੇਕ ਕੰਮ ਕਰ। ਆ ਮਾੜੇ ਕੰਮ ਜਿਹੜੇ ਨੇ ਕਰਨੇ ਛੱਡ ਦੇ ਭਈ। ਦਾਇਮ ਵਾ ਦੌਲਤ ਕਸੇ ਬਿਸਮਾਰ, ਨਾ रहेंगे करोड़ी ना रहेंगे हजार, ना रहेंगे करोड़ी ना रहेंगे हजार, जो दिसे जिमि पारस होसी फुनाए। ਜੋ ਦੀਸੈ ਜਮੀ ਪਰ ਸੋ ਹੋਸੀ ਫਨਾਏ। ਇਹ ਕਾਰੂ ਬਾਦਸ਼ਾਹ, ਜੋ ਵੀ ਤੂੰ ਸੰਸਾਰ ਦੇ ਉੱਤੇ ਇਸ ਜ਼ਮੀਨ ਦੇ ਉੱਤੇ ਦੇਖਦਾ ਪਿਆ ਹੈ ਨਾ, ਇੱਕ ਦਿਨ ਉਹ ਸਭ ਕੁਝ ਜਿਹੜਾ ਹੈ ਉਹ ਫਨਾ ਹੋ ਜਾਣਾ ਹੈ। ਭਾਵ ਜਗ ਰਚਨਾ ਸਭ ਝੂਠ ਹੈ। ਜਨ ਲਿਹੋ ਰੇ ਮੀਤ ਕਹਿ ਨਾਨਕ ਫਿਰ ਨਾ ਰਹਿ ਜੂ ਬਾਲੂ ਕੀ ਪੀਤ। ਇਸ ਤਰ੍ਹਾਂ ਇਹ ਸਾਰਾ ਸੰਸਾਰ ਜਿਹੜਾ ਹੈ ਫਨਾ ਹੋ ਜਾਵੇਗਾ। ਦਾਇਮ ਵਾ ਦੌਲਤ ਕਸੇ ਬਿਸਮਾਰ, ਤੇ ਇਸ ਸੰਸਾਰ ਦੇ ਉੱਤੇ ਤੂੰ ਜਿੰਨੀਆਂ ਵੀ ਦੌਲਤਾਂ ਬੇਸ਼ੁਮਾਰ ਜਿਹੜੀਆਂ ਨੇ ਇਕੱਠੀਆਂ ਕੀਤੀਆਂ ਹੋਈਆਂ ਹਨ ਜੀ। ਨਾ रहेंगे करोड़ी ना रहेंगे हजार, ਤੇ ਇਸ ਸੰਸਾਰ ਦੇ ਉੱਤੇ ਜਿਨ੍ਹਾਂ ਨੇ ਕਰੋੜਾਂ ਇਕੱਠੇ ਕੀਤੇ, ਜਿਨ੍ਹਾਂ ਨੇ ਹਜ਼ਾਰਾਂ ਇਕੱਠੇ ਕੀਤੇ, ਭਾਵ ਤੂੰ ਵੀ ਤਾਂ ਜਿਹੜਾ ਹੈ 45 ਗੰਜ ਜਿਹੜਾ ਹੈ ਇਕੱਠਾ ਕਰ ਲਿਆ, ਤੇ ਹੋਰ ਅੱਗੇ ਗਿਣਤੀ ਲੈ ਜਾਈਏ, ਹਜ਼ਾਰਾਂ ਤੋਂ ਚੱਲੀਏ ਤੇ ਕਰੋੜਾਂ ਤੱਕ ਜਿਹੜਾ ਹੈ ਅਸੰਖ ਤੱਕ ਜਿਹੜੀ ਗਿਣਤੀ ਚਲੀ ਜਾਂਦੀ ਹੈ। ਤੇ ਉੱਥੇ ਕਵਿਰਾਜ ਜੀ ਕਹਿ ਰਹੇ ਨੇ, ਇਹ ਕਾਰੂ ਬਾਦਸ਼ਾਹ ਦੇਖ, ਨਾ ਇੱਥੇ ਜਿਹੜੇ ਨੇ ਹਜ਼ਾਰਾਂ ਵਾਲੇ ਸੰਸਾਰ ਤੇ ਰਹੇ, ਤੇ ਨਾ ਹੀ ਅੱਜ ਤੱਕ ਜਿਨ੍ਹਾਂ ਨੇ ਕਰੋੜਾਂ ਅਰਬਾਂ ਰੁਪਈਏ ਜਮ੍ਹਾਂ ਕਰ ਲਏ ਉਹ ਸੰਸਾਰ ਦੇ ਉੱਤੇ ਰਹੇ ਹਨ ਜੀ। ਹੋਤਾ ਨਾ ਰਾਖੇ ਅਕੱਲਾ ਨਾ ਖਾਏ, ਹੋਤਾ ਨਾ ਰਾਖੇ ਅਕਲ ਦਮੜੀ ਕਿਸਕੀ ਦਮੜਾ ਤਿਸੀ ਕਾ ਜੋ ਖਰਚੇ ਪਰ ਖਾਏ। ਜਿਹੜਾ ਦਮੜਾ ਹੈ ਉਹੀ ਕਾਮਯਾਬ ਹੈ, ਜਿਹੜਾ ਕਿਸੇ ਨੇ ਐਟ ਏ ਟਾਈਮ ਜਿਹੜਾ ਹੈ ਵਰਤ ਲਿਆ ਹੈ, ਤੇ ਉਹਨੂੰ ਜਿਹੜਾ ਹੈ ਕਿਸੇ ਕੰਮ ਦੇ ਮੁਜਬ ਜਿਹੜਾ ਹੈ ਖਰਚ ਕੇ ਜਿਹੜਾ ਹੈ ਉਹ ਵਰਤ ਲਿਆ। ਧਿਆਨ ਦੇਣਾ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਪਾਤਸ਼ਾਹ ਜੀ ਦਾ ਜੀਵਨ ਪੜ੍ਹ ਰਹੇ ਸਾਂ। ਉਹਨਾਂ ਦੇ ਜੀਵਨ ਦੇ ਵਿੱਚ ਇੱਕ ਬਾਖੂਬ ਐਸੀ ਜਿਹੀ ਘਟਨਾ ਹੈ। ਉਹ ਗੜਵਿਆਂ ਦੇ ਵਿੱਚ ਜਦੋਂ ਪਾਣੀ, ਮਿੱਟੀ ਦੇ ਗੜਵੇ ਜਾਂ ਭਾਂਡੇ ਕਹਿ ਲਈਏ ਆਦਿ, ਉਹ 'ਚ ਬਰਤਨਾਂ ਵਿੱਚ ਜਿਹੜਾ ਸੀ ਨਾ ਉਹ ਪਾਣੀ ਨਹੀਂ ਸੀ ਰਹਿਣ ਦਿੰਦੇ। ਉਹ ਪਾਣੀ ਥੋੜ੍ਹਾ ਬਹੁਤਾ ਬਚਣਾ ਤੇ ਉਹਨੂੰ ਡੋਲ ਦੇਣਾ ਤੇ ਘੜਾ ਜਿਹੜਾ ਮੁੱਦਾ ਮਾਰ ਦੇਣਾ। ਤੇ ਇਹ ਬਚਨ ਕਹਿਣੇ ਸੰਗਤ ਨੂੰ, ਜਿਸ ਪਰਮਾਤਮਾ ਨੇ ਅੱਜ ਦਿੱਤਾ ਹੈ ਪੀਣ ਵਾਸਤੇ, ਉਹ ਕੱਲ੍ਹ ਵੀ ਜਿਹੜਾ ਹੈ ਇੰਤਜ਼ਾਮ ਕਰ ਦੇਵੇਗਾ।
ਇੱਥੇ ਵੀ ਕਵਿਰਾਜ ਕਹਿੰਦੇ ਪਏ ਨੇ ਦਮੜਾ ਤਿਸਹੀ ਕਾ ਜੋ ਖਰਚੇ ਅਰ ਖਾਏ। ਪੈਸਾ ਤੇ ਉਹੀ ਹੈ ਨਾ ਜਿਹੜਾ ਖਰਚ ਲਿਆ ਤੇ ਖਰਚ ਕਰਕੇ ਕੋਈ ਚੀਜ਼ ਲਿਆਂਦੀ ਤੇ ਉਹਨੂੰ ਜਿਹੜਾ ਹੈ ਛਕ ਲਿਆ। ਪੈਸਾ ਤੇ ਉਹੀ ਅਰਥ ਹੈ। ਇੰਨੇ ਗੰਜ ਤੂੰ ਪੈਸਾ ਜੋੜ ਲਿਆ, ਨਾ ਤੇਰੇ ਭਰਾ ਕੋ ਰਿਹਾ ਨਾ ਹੁਣ ਤੇਰੇ ਕੋ ਰਹਿਣਾ ਹੈ। ਤੇ ਪੈਸੇ ਦਾ ਤੇ ਉਹੀ ਹੈ ਕਿ ਜਿਹੜਾ ਪੈਸਾ ਖਰਚ ਲਿਆ ਜਾਵੇ ਉਹੀ ਮੁਨਾਫਿਕ ਹੈ ਜੀ। ਦੇਵੇ ਦਿਲਾਵੇ ਰਜਾਵੇ ਰਜਾਏ ਖੁਦਾਏ। ਤੇ ਤੂੰ ਕਿਸੇ ਨੂੰ ਦਾਨ ਦਿਆ ਕਰ। ਦਿਲਾਵੇ, ਦਿਲਾਵੇ ਦੇ ਅਰਥ ਹਨ ਕਿਸੇ ਕੋ ਜਿਹੜਾ ਹੈ ਦਾਨ ਕਰਨ ਵਾਸਤੇ ਅਗਲੇ ਨੂੰ ਪ੍ਰੇਰਿਆ ਕਰ। ਦੇਵੇ ਆਪ ਦਿਆ ਕਰ, ਦਿਲਾਵੇ ਕਿਸੇ ਨੂੰ ਪ੍ਰੇਰਿਆ ਕਰ। ਇਸ ਤਰ੍ਹਾਂ ਤੂੰ ਭੁੱਖਿਆ ਨੂੰ, ਜਿਹੜੇ ਲੋੜਵੰਦ ਹਨ ਉਹਨਾਂ ਨੂੰ ਜਿਹੜਾ ਹੈ ਜਦੋਂ ਰਜਾਉਣਾ ਕਰੇਗਾ ਤੇ ਖੁਦਾ ਜਿਹੜਾ ਹੈ ਤੇਰੇ ਤੇ ਪ੍ਰਸੰਨ ਹੋਵੇਗਾ। ਹੋਤਾ ਨਾ ਰਾਖੇ ਅਕੱਲਾ ਨਾ ਖਾਏ। ਦੇਖ ਇੰਨਾ ਇਕੱਠਾ ਕੀਤਾ ਹੋਇਆ ਧਨ ਤੂੰ ਕੀ ਕਰੇਗਾ? ਇਕੱਲਾ ਵੀ ਜਿਹੜਾ ਹੈ ਤੂੰ ਉਸ ਧਨ ਨੂੰ ਜਿਹੜਾ ਹੈ ਖਾ ਨਹੀਂ ਸਕਦਾ ਜੀ। ਤਹਿਕੀਕ ਦਿਲ ਦਾਨੀ ਵਈ ਪੇਸਤ ਜਾਏ। ਤਹਿਕੀਕ ਦਿਲ ਦਾਨੀ, ਆਪਣੇ ਮਨ ਦੇ ਵਿੱਚ, ਆਪਣੇ ਦਿਲ ਦੇ ਵਿੱਚ ਇਸ ਗੱਲ ਦੀ ਸੱਚਾਈ ਨੂੰ ਜਿਹੜਾ ਹੈ ਉਹ ਬਿਠਾ ਲੈ। ਇਹ ਕਾਰੂ ਬਾਦਸ਼ਾਹ ਤਹਿਕੀਕ ਦਿਲਦਾਨੀ ਵਹੀ ਪਿਸਤ ਜਾਏ। ਜਿਹੜੇ ਨੇਕ ਕਰਮ ਕਰੇਗਾ ਨਾ ਉਹੀ ਮਾਲਕ ਦੀ ਦਰਗਾਹ ਦੇ ਵਿੱਚ ਜਿਹੜੇ ਨੇ ਕਬੂਲ ਹੋਣੇ ਨੇ। ਪਿਆਰ ਆਖੋ ਸਤਨਾਮ ਸ੍ਰੀ ਫਰੀਦਾ। ਅਮਲ ਜੇ ਕੀਤੇ ਦੁਨੀ ਵਿੱਚ ਦਰਗਹਿ ਆਵੇ ਕੰਮ। ਉਹੀ ਕੰਮ ਆਉਣੇ ਨੇ ਚੰਗੇ ਕੰਮ ਕੀਤੇ ਹੋਏ ਪਿਆਰਿਆ। ਇਸ ਕਰਕੇ ਤੂੰ ਗਰੀਬਾਂ ਦੇ ਉੱਤੇ ਜਿਹੜਾ ਹੈ ਜ਼ੋਰ ਜ਼ੁਲਮ ਨਾ ਕਰਿਆ ਕਰ। ਕੀਜੇ ਤਵੱਜਿਆ ਨਾ ਕੀਜੇ ਗੁਮਾਨ। ਕੀਜੇ ਤਵੱਜਿਆ, ਤਵੱਜਿਆ ਕਹਿੰਦੇ ਨੇ ਆਦਰ ਦੇਣਾ। ਜੋ ਵੀ ਤੇਰੇ ਕੋ ਆ ਜਾਵੇ ਉਹਨੂੰ ਜਿਹੜਾ ਹੈ ਤਵੱਜੋ ਦੇ ਵਿੱਚ ਰੱਖਿਆ ਕਰ। ਭਾਵ ਆਪਾਂ ਕਹਿੰਦੇ ਕਿਸੇ ਨੂੰ ਤਵੱਜੋ ਦੇਣਾ। ਇੱਕ ਹੁੰਦਾ ਪ੍ਰਾਹੁਣਾ ਘਰ ਦੇ ਵਿੱਚ ਆ ਗਿਆ ਤੇ ਆਪਾਂ ਜਿਹੜੇ ਹੈ ਨਾ ਸ਼ੁਕਰੀ ਦੀ ਗੱਲ ਕਰ ਦਿੰਦੇ ਹਾਂ, ਕੋਈ ਗੱਲ ਨਹੀਂ, ਜੇ ਅੱਜ ਇਹਦਾ ਇੰਨਾ ਸਤਿਕਾਰ ਕੀਤਾ ਤੇ ਕੱਲ ਨੂੰ ਫਿਰ ਤੁਰਿਆ ਹੋਵੇਗਾ। ਪਰ ਕੁਝ ਪ੍ਰਾਹੁਣੇ ਐਸੋ ਜਿਹੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਅੱਖਾਂ ਤੇ ਕਹਿੰਦੇ ਨਾ ਪਲਕਾਂ ਤੇ ਬਿਠਾਉਣਾ। ਆਂਦੇ ਹਰ ਇੱਕ ਨੂੰ ਜਿਹੜਾ ਹੈ ਉਹ ਗਰੀਬ ਹੈ, ਉਹ ਅਮੀਰ ਹੈ, ਉਹ ਗੋਰਾ ਹੈ, ਉਹ ਕਾਲਾ ਹੈ, ਉੱਚਾ ਹੈ, ਲੰਬਾ ਹੈ, ਉਹ ਕਿਸੇ ਵੀ ਬਰਾਦਰੀ ਦੇ ਵਿੱਚੋਂ ਹੈ ਭਰਿਆ, ਉਹ ਸਾਰੇ ਰੱਬ ਦੇ ਬਣਾਏ ਹੋਏ ਜਿਹੜੇ ਨੇ ਬੰਦੇ। ਇਸ ਕਰਕੇ ਹਰ ਇੱਕ ਨੂੰ ਤਵੱਜੋ ਦਿਆ ਕਰ ਆਪਣੇ ਜੀਵਨ ਦੇ ਵਿੱਚ। ਤੇ ਆਹ ਜਿਹੜੀ ਤੈਨੂੰ ਕੁਰਸੀ ਮਿਲੀ ਹੈ ਨਾ, ਆਹ ਤੈਨੂੰ ਜਿਹੜੀ ਬਾਦਸ਼ਾਹੀ ਮਿਲੀ ਹੈ, ਕੀਜੇ ਤਵੱਜਿਆ ਨਾ ਕੀਜੇ ਗੁਮਾਨ। ਇਹ ਗੁਮਾਨੀ ਜਿਹੜੀ ਹੈ ਆਪਣੀ ਬਾਦਸ਼ਾਹੀ ਦੀ, ਇਹ ਕਾਬੂ ਬਾਦਸ਼ਾਹ ਤੂੰ ਛੱਡ ਦੇ। ਨਾ ਰਸੀ ਦੁਨੀਆ ਨਾ ਰਸੀ ਦੀਵਾਨ। ਦੇਖ ਨਾ ਤੇ ਇਹ ਦੁਨੀਆ ਰਹਿਣੀ ਹੈ ਸਾਰੀ ਸੰਸਾਰ ਦੇ ਉੱਤੇ, ਤੇ ਨਾ ਹੀ ਆ ਜਿਹੜੇ ਤੇਰੇ ਦੀਵਾਨ ਲੱਗਦੇ ਨੇ, ਤੇਰੇ ਦਰਬਾਰ ਲੱਗਦੇ ਨੇ ਕਿ ਅੱਜ ਤੂੰ ਕੁਰਸੀ ਤੇ ਬਹਿ ਕੇ ਜਿਹੜਾ ਮਨਮਾਨੀਆਂ ਕਰਦਾ ਪਿਆ ਹੈ। ਕਿਸੇ ਨੇ ਕੁਝ ਆ ਕੇ ਕਿਹਾ ਉਹਨੂੰ ਵਾਕਈ ਤੂੰ ਸੱਚ ਕਰਕੇ ਇਹ ਕਾਬੂ ਬਾਦਸ਼ਾਹ ਮੰਗ ਲਏ ਤੇ ਇਹ ਤੇ ਤੇਰਾ ਕੋਈ ਇਨਸਾਫ ਵਾਲੀ ਗੱਲ ਨਹੀਂ ਹੋਈ। ਦੇਖ ਇਹ ਤੇਰੇ ਦੀਵਾਨ ਵੀ ਜਿਹੜੇ ਨੇ ਲੱਗਣੇ ਬੰਦ ਹੋ ਜਾਣੇ ਨੇ ਇੱਕ ਦਿਨ। ਇਹ ਦੁਨੀਆ ਵੀ ਜਿਹੜੀ ਹੈ ਉਹ ਫਨਾ ਹੋ ਜਾਣੀ ਹੈ। ਹਾਥੀ ਵਾ ਕੋੜੀ ਵਾ ਲਸਕਰ ਹਜ਼ਾਰ। ਤੇ ਤੇਰੇ ਇਸ ਦਰਬਾਰ ਦੇ ਵਿੱਚ ਤੇਰੇ ਕੋਲ ਹਾਥੀਆਂ ਦੀ ਸੈਨਾ ਹੈ, ਤੇਰੇ ਕੋਲ ਘੋੜਿਆਂ ਦੀ ਜਿਹੜੀ ਸੈਨਾ ਹੈ ਤੇ ਉਹਨਾਂ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਹੈ। ਇਹ ਜਿੰਨਾ ਵੀ ਕੁਝ ਹੈ ਤੁਸੀਂ ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਜੀ ਨੂੰ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦੇ ਵਿੱਚ ਗੁਰ ਕੀ ਸੰਗਤ ਜੀ ਪੜ੍ਹਦੇ ਹੋ ਤੇ ਉੱਥੇ ਮੇਰੇ ਮਾਲਕ ਨੇ ਇਸ ਗੱਲ ਦੀ ਬਿਆਨਤਾ ਕੀਤੀ ਹੈ। ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਹੇ ਕੋਟ ਤੁਰੰਗ ਪੁਰੰਗ ਸਿਕੂਤਤ ਪੌਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਕੋ ਜਾਣ ਕੇ ਭੂਪ ਪਲੀ ਵਿਦ ਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭਏ ਤੋ ਕਹਾਂ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਰ। ਅੰਤ ਨੂੰ ਤੇ ਨੰਗੇ ਪੈਰੀ ਜਾਣਾ ਪੈਣਾ ਹੈ ਨਾ। ਜਿੰਨੇ ਮਰਜ਼ੀ ਹਾਥੀਆਂ ਦੀ ਫੌਜ, ਘੋੜਿਆਂ ਦੀ ਫੌਜ ਜਿਹੜੀ ਤੂੰ ਹਜ਼ਾਰਾਂ ਦੇ ਵਿੱਚ ਇਕੱਠੀ ਕਰੀ ਬੈਠਾ ਹੈ, ਹੋਵੇਗਾ ਗਰਕ ਕਸ ਲਗੇ ਨਾ ਬਾਰ। ਤੇ 1 ਮਿੰਟ ਵੀ ਨਹੀਂ ਲੱਗਣਾ
ਜਿੱਦਨ ਮਾਲਕ ਨੇ ਤੈਨੂੰ ਇਸ ਤਖਤ ਤੋਂ ਲਾਹ ਕਰਕੇ ਜਿਹੜਾ ਹੈ ਉਹ ਜ਼ਮੀਨ ਤੇ ਪਟਕਾ ਦੇਣਾ ਹੈ। ਕਹਿਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਤੇਰਾ ਗਰਭ, ਇਹ ਤੇਰਾ ਹੰਕਾਰ ਛਿਨ ਭਰ ਦੇ ਵਿੱਚ ਮਾਲਕ ਜਿਹੜਾ ਹੈ ਨਾ ਉਹ ਤੋੜ ਦਵੇਗਾ। ਚਿੱਤੇ ਅੰਦਰ ਸਭ ਕੋ ਵੇਖ, ਨਦਰੀ ਹਿੱਤ ਚਲਾਇਂਦਾ, ਆਪੇ ਵਡਿਆਈਆਂ ਆਪੇ ਹੀ ਕਰਮ ਕਰਾਇਂਦਾ। ਵੱਡੋ ਹੋ ਵੱਡਾ, ਵੱਡ ਮੇਦਨੀ ਸਿਰੇ ਸਿਰ ਧੰਦੇ ਲਾਇਂਦਾ। ਐ ਰਾਜਨ ਨਦਰ ਉਪੱਠੀ ਜੇ ਕਰੇ, ਸੁਲਤਾਨ ਨੂੰ ਕਾਹੋ ਕਰਾਏਗਾ। ਛਿਨ ਭਰ ਦਾ ਸਮਾਂ ਨਹੀਂ ਲੱਗਣਾ। ਇਹ ਆਕੜਾਂ ਤੇ ਇਹ ਅਹੁਦੇਦਾਰੀਆਂ ਤੇਰੀਆਂ ਇੱਥੇ ਰਹਿ ਜਾਣੀਆਂ ਹਨ ਜੀ। ਦੁਨੀਆ ਕਾ دیਵਾਨਾ ਕਹੇ ਮੁਲਕ ਮੇਰਾ, ਤੂੰ ਦੁਨੀਆ ਦਾ دیਵਾਨਾ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਕੁਰਸੀ ਤੇ ਬੈਠਾ ਹੋਇਆ ਮਨੁੱਖ ਜਿਹੜਾ ਹੈ, ਦੁਨੀਆ ਕਹਿੰਦਾ ਹੈ ਮੇਰੇ ਵੱਸ ਦੇ ਵਿੱਚ ਜੋ ਮੈਂ ਕਵਾਂਗਾ ਉਹ ਸੱਚ ਹੈ, ਬਾਕੀ ਸਭ ਝੂਠ ਹੈ, ਕੋਈ ਸੱਚ ਨਹੀਂ ਬੋਲਦਾ ਹੋਗਾ। ਦੁਨੀਆ ਕਾ دیਵਾਨਾ ਕਹੇ ਮੁਲਕ ਮੇਰਾ, ਤੇ ਕਹਿੰਦਾ ਹੈ ਇਹ ਸੰਸਾਰ ਹੀ ਮੇਰਾ ਹੈ, ਇਹ ਕਾਰੂ ਬਾਦਸ਼ਾਹ ਇਹ ਝੂਠ ਹੈ। ਆਈ ਮੌਤ ਸਿਰ ਪਰ ਨਾ ਤੇਰਾ ਨਾ ਮੇਰਾ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਲ ਕਲ ਮੌਤ ਜਾ ਆਵਸੀ, ਸਭ ਦਰਵਾਜੇ ਭੰਨ। ਕੋਈ ਦਰਵਾਜ਼ਾ ਖੜਕਾ ਨਹੀਂ, ਕੋਈ ਸੰਗੀ ਸਾਥੀ ਨਹੀਂ ਮਿਲਣਾ। ਸੁਖ ਮੇ ਆਨ ਬਹੁਤ ਮਿਲ ਬੈਠ ਰਹਿਤ ਚਾਹੂੰ ਜਿਸ ਘੇਰੇ। ਵਿਪਤ ਪੜੀ ਸਭ ਹੀ ਸੰਗ ਛਾਟਤ, ਕਉ ਨ ਆਵਤ ਮੇਰੇ। ਪ੍ਰਾਨੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਇਹ ਤੇ ਕਹਾਣੀ ਹੈ ਸੰਸਾਰ ਦੀ। ਦੇਖ ਰਾਜਨ ਆਈ ਮੌਤ ਸਿਰ ਪਰ, ਨਾ ਤੇਰਾ ਨਾ ਮੇਰਾ। ਜਦੋਂ ਮੌਤ ਨੇ ਤੈਨੂੰ ਆ ਕੇ ਗਲ ਵਕੜੀ ਪਾਈ ਨਾ, ਆ ਜਿਹੜਾ ਮੇਰਾ ਮੇਰਾ ਕਰਦਾ ਪਿਆ ਹੈ ਨਾ ਮੇਰਾ ਰਹਿਣਾ ਤੇ ਨਾ ਤੇਰਾ ਰਹਿਣਾ, ਇਹ ਸਭ ਕੁਝ ਜਿਹੜਾ ਹੈ ਨਾਸ਼ ਹੋ ਜਾਵੇਗਾ। ਕੀਤੀ ਗਈ ਦੇਖ ਵਾਜੇ ਵਜਾਏ, ਦੇਖ ਇਸ ਸੰਸਾਰ ਦੇ ਉੱਤੇ ਕਿੰਨੇ ਆਏ ਤੇ ਕਿੰਨੇ ਆਪਣੇ ਵਾਜੇ ਜਿਹੜੇ ਨੇ ਵਜਾ ਕੇ ਚਲੇ ਗਏ। ਭਾਵ ਪੁਰਾਣੇ ਸਮਿਆਂ ਦੇ ਅੰਦਰ ਬਾਦਸ਼ਾਹੀਆਂ ਜਿਹੜੀਆਂ ਸਨ, ਜਦੋਂ ਦੀਵਾਨ ਲਾਉਂਦੀਆਂ ਸਨ, ਉਹਨਾਂ ਦੇ ਆਉਣ ਤੋਂ ਪਹਿਲਾਂ ਜਿਹੜਾ ਦਰਵਾਨਚੀ ਹੈ ਇੱਕ ਹੋਕਾ ਦਿੰਦਾ ਸੀ, ਬਾਖਬਰ ਬਾ ਹੁਸ਼ਿਆਰਦਾਰ ਸ਼ਾਹੇ ਸ਼ਹਿਨਸ਼ਾਹ ਸੁਲਤਾਨ ਪਧਾਰ ਰਹੇ ਹੈ। ਉਹਨਾਂ ਦੇ ਅੱਗੇ ਅੱਗੇ ਜਿਹੜੇ ਸਨ ਨਰਸਿੰਘੇ ਜਿਹੜੇ ਸਨ ਉਹ ਵੱਜਦੇ ਹੁੰਦੇ ਸਨ, ਜਿਹਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਜੀ ਨੇ ਸੁਦਾ ਸਵਈਆ, ਜਿਹੜੇ ਆਪਾਂ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਪੜ੍ਹਦੇ ਨੇ, ਉਹਨਾਂ ਦਾ ਜਿਹੜਾ ਤੀਜਾ ਸਵਈਆ ਹੈ ਨਾ, ਉਹ ਵੀ ਆਪ ਜੀ ਧਿਆਨ ਨਾਲ ਉਹਦੇ ਹੱਥ ਪੜ੍ਹਿਓ ਜਾ ਕਰਕੇ ਮੈਂ ਆਪ ਜੀ ਦੇ ਨਾਲੋਂ ਸਾਂਝ ਪਾ ਜਾਵਾਂ। जीत फिरे सब देश की शान को, बाज ढोल मृदंग नगारे गूंजत गूढ़ गुजान के सुंदर हिंसते हैं। राज हजारे भूत भविख भगवान के भूपत, कौन गणे नहीं जात विचारे। श्री भक्त श्री भगवान भजय बिन, अंत को अंत के ताम सिया। कुछ भी ना बचिया ਇਹੋ ਜਿਹੇ ਰਾਜਿਆਂ ਦੇ ਕੋਲੋਂ। ਨਹੀਂ ਤਾਂ ਗੁਰੂ ਤੇਗ ਬਹਾਦਰ ਨੂੰ ਪੁੱਛ ਕੇ ਚੰਨੀ ਜੀਵਨ ਦੇ ਵਿੱਚ ਇਹ ਰਾਜਨ ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ ਕਹਿ ਨਾਨਕ ਫਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਇਹ ਜਿਹੜੇ ਆਪਣੇ ਵਾਜੇ ਵਜਾ ਕੇ ਗਏ ਆ ਨਾ ਪਿਆਰਿਆ, ਇਹਨਾਂ ਦੇ ਕੋਲ ਕੁਝ ਵੀ ਨਹੀਂ ਰਿਹਾ, ਬਸ ਵਾਜੇ ਵੱਜਦੇ ਰਹੇ, ਅੰਤ ਨੂੰ ਖਾਲੀ ਹੱਥ ਜਾਣਾ ਪਿਆ। ਵਹ ਇੱਕ ਰਈਸ ਜੋ ਸਾਚਾ ਖੁਦਾਈ, ਬਸ ਇੱਕੋ ਹੀ ਗੱਲ ਹੈ, ਉਹ ਇੱਕ ਇੱਕ ਪਰਮਾਤਮਾ ਜੋ ਅਕਾਲ ਪੁਰਖ ਵਾਹਿਗੁਰੂ ਹੈ ਨਾ, ਉਹੀ ਸਦਾ ਸਥਿਰ ਰਹਿਣ ਵਾਲਾ ਹੈ। ਉਸ ਤੋਂ ਇਲਾਵਾ ਸੰਸਾਰ ਦੇ ਉੱਤੇ ਕੋਈ ਵੀ ਨਹੀਂ। ਇਹ ਕਾਰੂ ਬਾਦਸ਼ਾਹ ਇੱਕ ਪਰਮਾਤਮਾ ਸੱਚਾ ਹੈ, ਜਿਹੜਾ ਹਮੇਸ਼ਾ ਅਟਲ ਹੈ। ਆਦ ਸੱਚ ਜੁਗਾਦ ਸੱਚ ਹੈ, ਵੀ ਸੱਚ ਨਾਨਕ ਹੋਸੀ ਵੀ ਸੱਚ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਈ, ਉਹ ਅਬਨਾਸੀ ਪੁਰਖ ਹੈ, ਸਭ ਮੇ ਰਹਿਆ ਸਮਾਈ। ਉਹ ਪਰਮਾਤਮਾ ਇੱਕੋ ਇੱਕ ਅਟਲ ਹੈ। ਆਇਆ ਅਕੱਲਾ ਅਕੱਲਾ ਚਲਾਇਆ, ਆਇਆ ਅਕੇਲਾ ਅਕੇਲਾ ਚਲਾਇਆ। ਤੂੰ ਆਇਆ ਵੀ ਅਕੇਲਾ ਹੈ, ਭਾਵ ਕੱਲਾ ਆਇਆ ਹੈ, ਤੇ ਸੰਸਾਰ ਤੋਂ ਜਿਹੜਾ ਹੈ ਚਲਾ ਵੀ ਤੂੰ ਕੱਲੇ ਨੇ ਜਾਣਾ ਹੈ। ਚਲੇ ਤੇ ਭਗਤ ਕੋਈ ਕਾਮ ਨ ਆਇਆ, ਤੇ ਜਦੋਂ ਇਸ ਸੰਸਾਰ ਤੋਂ ਕੂਚ ਕੀਤੀ ਨਾ, ਤੇ ਕੂਚ ਕਰਨ ਤੋਂ ਪਹਿਲਾਂ ਜਿਹਨੂੰ ਮਰਜ਼ੀ ਪੁਕਾਰ ਕਰ ਲਈ, ਨਾ ਤੇਰੀ ਇਹ ਧਨ ਸੰਪਰਦਾ, ਨਾ ਕੋਈ ਜਿਹੜਾ ਹੈ ਹੋਰ ਤੇਰਾ ਸਕਾ ਸੰਬੰਧੀ ਜਿਹੜਾ ਹੈ ਉਹ ਤੇਰੇ ਕੰਮ ਆਉਣਾ ਹੈ। ਭਾਵ ਇਹ ਸਾਰੇ ਦੇ ਸਾਰੇ ਸਾਥ ਛੱਡ ਜਾਣੇ ਹਨ ਜੀ। ਲੇਖਾ ਮੰਗੀਜੇ ਕਿਆ ਦੀਜੇ ਜਵਾਬ,
ਤੇ ਜਦੋਂ ਪਰਮਾਤਮਾ ਦੇ ਘਰ ਦੇ ਵਿੱਚ ਲੇਖਾ ਜੋਖਾ ਹੋਇਆ ਤੇ ਉੱਥੇ ਤੇ ਦੇਣਾ ਹੀ ਪੈਣਾ ਹੈ ਨਾ। ਫਿਰ ਉੱਥੇ ਕਿਹੜਾ ਮੁਖ ਲੈ ਕੇ ਜਿਹੜਾ ਹੈ ਤੂੰ ਜਾਵੇਂਗਾ? ਧਰਮ ਰਾਏ ਜਦ ਲੇਖਾ ਮੰਗੇ ਤਦ ਕਿਆ ਮੁਖ ਲੈ ਕੇ ਜਾਏਗਾ? ਪਿਆਰਿਆ ਉੱਥੇ ਤੇ ਫਿਰ ਜਿਹੜਾ ਹੈ ਕੀ ਜਵਾਬ ਦਵੇਂਗਾ? ਤੋਬਾ ਪੁਕਾਰੇ ਤੋ ਪਾਵੇ ਅਜਾਬ। ਤੇ ਇਸ ਕਰਕੇ ਤੂੰ ਆਪਣੇ ਕੰਨਾਂ ਨੂੰ ਹੱਥ ਲਾ ਲੈ ਤੇ ਤੋਬਾ ਕਰ ਲੈ ਆਪਣੇ ਪਾਪਾਂ ਤੋਂ। ਫਿਰ ਕਿਤੇ ਜਾ ਕੇ ਕਿਤੇ ਬੰਦ ਖਲਾਸੀ ਅਜ਼ਾਬ ਭਾਵ ਛੁੱਟ ਜਾਵੇਂਗਾ। ਦੁਨੀਆ ਪੈ ਕਰ ਜੋੜ ਦੰਬੜਾ ਕਮਾਇਆ। ਇਹ ਤਾਰੂ ਬਾਦਸ਼ਾਹ ਤੂੰ ਦੁਨੀਆ ਦੇ ਉੱਤੇ ਜ਼ੋਰ ਕੀਤਾ। ਜ਼ੋਰ ਮੈਨੇ ਜ਼ੁਲਮ। ਤੂੰ ਦੁਨੀਆ ਦੇ ਉੱਤੇ ਜ਼ੁਲਮ ਕੀਤਾ ਹੈ। ਕੋਈ ਫਰਿਆਦੀ ਵੀ ਤੇਰੇ ਦਰ ਤੇ ਆ ਗਿਆ, ਉਹਦੀ ਤੂੰ ਫਰਿਆਦ ਨਾ ਸੁਣ। ਤੇਰੀ ਕਚਹਿਰੀ ਦੇ ਵਿੱਚ ਕੇਸ ਲੜਦਿਆਂ ਉਹਨਾਂ ਨੇ ਆਪਣੇ ਘਰ ਬਾਹਰ ਤਿਆਗ ਦਿੱਤੇ। ਉਹਨਾਂ ਨੇ ਆਪਣੇ ਜਿਹੜੇ ਨੇ ਜਾਨਾਂ ਤੱਕ ਗਵਾ ਲਈਆਂ, ਪਰ ਤੇਰੀ ਕਚਹਿਰੀ ਦੇ ਵਿੱਚ ਜਿਹੜਾ ਹੈ ਕੋਈ ਇਨਸਾਫ ਨਹੀਂ ਹੋਇਆ। ਤੇ ਬਿਲਕੁਲ ਸੱਚਾਈ ਹੈ ਗੁਰ ਕੀ ਸੰਗਤ ਜੀ। ਇੱਕ ਰੱਬ ਦੀ ਕਚਹਿਰੀ ਹੈ ਜਿੱਥੇ ਬਿਲਕੁਲ ਇਨਸਾਫ ਹੋਵੇਗਾ, ਪਰ ਦੁਨਿਆਵੀ ਕਚਹਿਰੀਆਂ ਦੇ ਵਿੱਚ ਕੇਸ ਜਿਹੜੇ ਨੇ ਉਹ ਵਿਗਾੜ ਕੇ ਰੱਖ ਦਿੱਤੇ ਜਾਂਦੇ ਨੇ। ਸੱਚੇ ਨੂੰ ਝੂਠਾ ਤੇ ਝੂਠੇ ਨੂੰ ਸੱਚਾ ਕਰਕੇ ਵੀ ਦਰਸਾ ਦਿੱਤਾ ਜਾਂਦਾ ਹੈ। ਇਹ ਦੁਨਿਆਵੀ ਪੱਖ ਹੈ। ਕਹਿਣ ਲੱਗੇ ਦੁਨੀਆ ਦੇ ਉੱਤੇ ਜੋੜ ਕਰਦਾ ਹੈ ਤੇ ਇਹ ਆਖਰ ਜਿਹੜਾ ਦਮੜਾ ਤੂੰ ਜ਼ੋਰ ਕਰਕੇ ਜ਼ੁਲਮ ਕਰਕੇ ਕਮਾਇਆ ਹੈ। ਖਾਇਆ ਹੰਡਾਇਆ ਅਜਾਈ ਗਵਾਇਆ। ਤੇ ਬਸ ਕੀ ਹੋਇਆ? ਨੱਚਣ ਕੁੱਦਣ ਮਨ ਕਾ ਚਾਓ। ਇੱਥੋਂ ਤੱਕ ਤੂੰ ਸੀਮਤ ਰਿਹਾ। ਖਾ ਲਿਆ, ਪੀ ਲਿਆ, ਸੌਂ ਲਿਆ ਤੇ ਹੰਡਾ ਲਿਆ। ਧੰਨ ਗੁਰੂ ਅਰਜਨ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕਾਲ ਦੇ ਵਿੱਚ ਵੀ ਐਸੋ ਜਿਹਾ ਇੱਕ ਮਨੁੱਖ ਆਇਆ ਤੇ ਉਹ ਆਂਦਾ ਮੈਂ ਸੇਵਾ ਕਰਨੀ ਹੈ। ਸੇਵਾ ਕਰਦੇ ਕਾਫੀ ਸਮਾਂ ਹੋ ਗਿਆ। ਸੰਖੇਪ ਦੇ ਵਿੱਚ ਮੈਂ ਟੁਕ ਬਾਤਨ ਆਪ ਜੀ ਨੂੰ ਦ੍ਰਿਸ਼ਟਾਂਤ ਦਿੰਦੇ ਚੱਲਾਂ। ਤੇ ਹੁਣ ਸੇਵਾਦਾਰ ਆ ਕੇ ਕਹਿੰਦੇ ਨੇ ਪਾਤਸ਼ਾਹ ਉਹ ਤੇ ਸਵੇਰੇ ਆਉਂਦਾ ਹੈ, ਲੰਗਰ ਪ੍ਰਸ਼ਾਦਾ ਛਕਦਾ ਤੇ ਜਾ ਕੇ ਸੌਂ ਜਾਂਦਾ। ਦੁਪਹਿਰੇ ਵੀ ਇੱਦਾਂ ਤੇ ਰਾਤ ਨੂੰ ਵੀ ਇੱਦਾਂ। ਪਾਤਸ਼ਾਹ ਜੀ ਨੇ ਬੁਲਾ ਲਿਆ। ਕਹਿੰਦੇ ਭਾਈ ਦੱਸ ਕੀ ਸੇਵਾ ਕਰਦਾ ਹੈ? ਕਹਿੰਦਾ ਲੰਗਰ ਛਕਣਾ ਵੀ ਤੇ ਸੌਣਾ ਵੀ ਤੇ ਸੇਵਾ ਹੀ ਹੈ। ਮੇਰੇ ਤੋਂ ਵੱਧ ਕਿਹੜਾ ਸੌਂ ਸਕਦਾ ਹੈ ਤੇ ਮੇਰੇ ਤੋਂ ਵੱਧ ਕਿਹੜਾ ਜਿਹੜਾ ਪ੍ਰਸ਼ਾਦਾ 3 ਟਾਈਮ ਛਕੀ ਜਾਵੇ। ਮੱਤ ਮਾਰੀ ਗਈ। ਬਸ ਖਾ ਲਿਆ, ਸੌਂ ਲਿਆ, ਖਾ ਲਿਆ, ਸੌਂ ਲਿਆ। ਪਾਤਸ਼ਾਹ ਕਹਿੰਦੇ ਹੁਣ ਤੇਰਾ ਅੰਤਮ ਸਮਾਂ ਆ ਗਿਆ ਹੈ। ਜੇ ਤੂੰ ਸਾਡਾ ਬਚਨ ਮੰਨ ਲਵੇਂ ਤੇ ਤੇਰਾ ਕਲਿਆਣ ਹੋ ਜਾਵੇਗਾ। ਬਚਨ ਦਿੱਤਾ। ਪਾਤਸ਼ਾਹ ਕਹਿੰਦੇ ਜੰਗਲ 'ਚ ਜਾ ਚਿਖਾ ਬਣਾ ਤੇ ਸੜ ਜਾ, ਵਿੱਚ ਆਪਣੇ ਆਪ ਨੂੰ ਲੂਹ ਦੇ। ਹੁਣ ਬਚਨ ਕੀ ਮੰਨਣਾ ਸੀ? ਲਾਲਚ ਦੇ ਵਿੱਚ ਭਰਿਆ ਹੋਇਆ ਸੀ। ਅੱਗੋਂ ਮਿਲ ਗਏ ਚੋਰ ਤੇ ਚੋਰਾਂ ਦੇ ਨਾਲ ਬਚਨ ਵਟਾ ਲਿਆ ਤੇ ਚੋਰ ਤਰ ਗਿਆ ਤੇ ਆਪੂ ਜਿਹੜਾ ਸੀ ਉਹਦੀ ਫਿਰ ਕਲਿਆਣਤਾ ਨਿਕਲ ਗਈ। ਇਸ ਤਰ੍ਹਾਂ ਜਦੋਂ ਮਨੁੱਖ ਦਾ ਜੀਵਨ ਚੱਲਦਾ ਹੈ, ਇਹ ਜਿਹੜਾ ਕਾਰੂ ਬਾਦਸ਼ਾਹ ਹੈ, ਬਾਦਸ਼ਾਹ ਉਹਨੂੰ ਕਹਿੰਦੇ ਪਏ ਨੇ ਬਸ ਤੂੰ ਖਾ ਲਿਆ, ਹੰਡਾ ਲਿਆ, ਸੌਂ ਲਿਆ, ਇਹੀ ਜੀਵਨ ਤੇਰਾ ਬਤੀਤ ਹੁੰਦਾ ਹੈ ਜੀ। ਆਖਰ ਬੋਸਤਾਨਾ ਕਰ ਹਾਏ ਹਾਏ। ਆਖਰ ਨੂੰ ਤਾਂ ਫਿਰ ਇੱਕ ਦਿਨ ਜਿਹੜਾ ਹੈ ਉਹ ਪਛਤਾਉਣਾ ਪਵੇਗਾ। ਕੀਤੇ ਹੋਏ ਪਾਪਾਂ ਦੀ ਜਦੋਂ ਤੈਨੂੰ ਹਾ ਲੱਗੇਗੀ ਤੇ ਫਿਰ ਉੱਥੇ ਜਿਹੜਾ ਹੈ ਮਦਾਨੀ ਵਾਂਗੂ ਰਿੜਕਿਆ ਜਾਵੇਗਾ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ। ਨਾਨਕ ਜੋ ਮੱਥ ਮਤਾਹੀਆਂ ਤੇ ਮੱਥੇ ਧਰਮ ਰਾਜ। ਲੇਖਾ ਉੱਥੇ ਪਿਆਰਿਆ ਦਵੇਂਗਾ। ਦਰਗ ਗਿਆ ਤੇ ਤੂੰ ਪਾਵੇ ਸਜਾਏ। ਦਰਗਾਹ ਦੇ ਵਿੱਚ ਜਦੋਂ ਤੈਨੂੰ ਖੜਿਆ ਨਾ, ਉੱਥੇ ਤੈਨੂੰ ਸਜ਼ਾ ਆਪਣੇ ਕੀਤੇ ਕਰਮਾਂ ਦੀ ਭੁਗਤਣੀ ਪੈਣੀ ਹੈ। ਲਾਹਣਤ ਹੈ ਤੈ ਕੂ ਵੈ ਟੈਡੀ ਕਮਾਈ। ਇਸ ਕਰਕੇ ਤੈਨੂੰ ਫਿਟਕਾਰ ਹੈ ਤੇਰੇ ਜੀਵਨ ਦੇ ਉੱਤੇ ਵੀ ਤੇ ਤੇਰੀ ਕੀਤੀ ਹੋਈ ਕਮਾਈ ਦੇ ਉੱਤੇ ਵੀ, ਕਿਉਂਕਿ ਇਹ ਹੱਕ ਜਿਹੜਾ ਹੈ ਤੂੰ ਪਰਾਇਆ ਖਾਧਾ ਪਿਆ ਹੈ ਤੇ ਪਰਾਇਆ ਹੱਕ ਹੀ ਬਾਰ-ਬਾਰ ਤੂੰ ਮਾਰ ਰਿਹਾ ਹੈ ਜੀ। ਦਗੇਬਾਜ਼ੀ ਕਰਕੇ ਦੁਨੀਆ ਲੂਟ ਖਾਈ। ਤੂੰ ਦਗੇਬਾਜ਼ੀਆਂ ਭਾਵ ਧੋਖੇ ਦੇ ਨਾਲ ਜਿਹੜਾ ਹੈ ਦੁਨੀਆ ਨੂੰ ਲੁੱਟ ਕੇ 45 ਗੰਜ ਧਨ ਇਕੱਠਾ ਕੀਤਾ। ਪੀਏ ਪਿਆਲੇ ਹਰ ਖਾਏ ਕਬਾਬ। ਬਸ ਜਦੋਂ ਮਾਇਆ ਆ ਗਈ ਤੇ ਮਾਇਆ ਦੇ ਵਿੱਚ ਇਤਨਾ ਗਲਤਾਨ ਹੋਇਆ, ਖਾਣ ਪੀਣ ਦੇ ਚਸਕਿਆਂ ਦੇ ਵਿੱਚ ਹੀ ਤੂੰ ਜਿਹੜਾ ਹੈ ਜੀਵਨ ਜਿਹੜਾ ਬਤੀਤ ਕਰਦਾ ਸੀ ਜੀ। ਦੇਖੋ ਰੇ ਲੋਕ ਜੋ ਹੋਤੇ ਖਰਾਬ। ਤੇ ਜਿਹੜੇ ਲੋਕਾਂ ਨੂੰ ਜਿਹੜਾ ਤੂੰ ਖਰਾਬ ਕੀਤਾ, ਆਪਣਾ ਜ਼ੋਰ ਤੇ ਜ਼ੁਲਮ ਉਹਨਾਂ ਦੇ ਉੱਤੇ ਢਾਇਆ ਹੈ। ਜਿਸ ਕਾ ਤੂੰ ਬੰਦਾ ਤਿਸੀ ਕਾ ਸਵਾਰਿਆ। ਬਸ
ਜਿਹਦੇ ਨਾਲ ਤੇਰੀ ਗੰਢ ਮਿੱਤਰਤਾ ਸੀ ਉਹਦਾ ਕੁਝ ਮਾੜਾ ਮੋਟਾ ਤੂੰ ਸਵਾਰ ਦਿੱਤਾ, ਪਰ ਤੇਰੇ ਜੀਵਨ ਦੇ ਵਿੱਚ ਇਹੋ ਜਿਹੀ ਵੀ ਕੋਈ ਗੱਲਬਾਤ ਨਹੀਂ ਮਿਲਦੀ ਜਿਹੜਾ ਤੇਰਾ ਕੋਈ ਬਹੁਤਾ ਹਮਾਇਤੀ ਸੀ ਜੀ। ਦੁਨੀਆ ਕੇ ਲਾਲਚ ਤੈ ਸਹਿਬ ਵਸਾਰਿਆ, ਦੁਨੀਆ ਦੇ ਲਾਲਚਾਂ ਦੇ ਵਿੱਚ ਲੱਗ ਕਰਕੇ ਪਿਆਰਿਆ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਿਹੜਾ ਹੈ ਉਹ ਵਿਸਾਰ ਦਿੱਤਾ। ਦਾਤ ਪਿਆਰੀ ਵਿਸਰਿਆ ਦਤਾਰਾ, ਦਾਤਾਂ ਪਿਆਰੀਆਂ ਹੋ ਗਈਆਂ, ਰੱਬ ਜਿਹੜਾ ਹੈ ਵਿਸਾਰ ਦਿੱਤਾ ਹੈ ਜੀ। ਨਾ ਕੀਤੀ ਇਬਾਦਤ ਨਾ ਰੱਖਿਓ ਈਮਾਨ, ਨਾ ਅੱਲਾ ਦੀ ਤੂੰ ਇਬਾਦਤ ਕੀਤੀ ਤੇ ਨਾ ਹੀ ਤੂੰ ਆਪਣਾ ਕੋਈ ਦੀਨ ਤੇ ਈਮਾਨ ਜਿਹੜਾ ਰੱਖਿਆ, ਭਾਵ ਕੋਈ ਇੱਜ਼ਤ ਵੀ ਤੇਰੀ ਜਿਹੜੀ ਹੈ ਸੰਸਾਰ ਦੇ ਉੱਤੇ ਸੁਰਖਰੂ ਨਹੀਂ ਹੋਈ। ਨਾ ਕੀਤੀਆਂ ਹਕੂਮਤ ਪੁਕਾਰੇ ਜਹਾਨ, ਨਾ ਕੀਤੀ ਹਕੂਮਤ ਪੁਕਾਰੇ ਜਹਾਨ, ਨਾ ਤੂੰ ਚੰਗਾ ਬਾਦਸ਼ਾਹ ਹੀ ਬਣ ਸਕਿਆ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਕੂਮਤ ਤੇ ਉਹੀ ਹੈ ਨਾ ਜਿੱਥੇ ਰਾਜ ਭਾਗ ਦੇ ਵਿੱਚ ਜਿਹੜਾ ਹੈ ਹਰ ਇੱਕ ਨੂੰ ਜਿਹੜਾ ਹੈ ਇਨਸਾਫ ਮਿਲੇ। ਮਹਾਰਾਜਾ ਰਣਜੀਤ ਸਿੰਘ ਜੀ ਦਾ ਜੀਵਨ ਆਪ ਜੀ ਪੜ੍ਹੋ, ਆਪ ਜੀ ਨੂੰ ਯਾਦ ਵੀ ਹੋਵੇਗਾ। ਉਹਨਾਂ ਦੇ ਰਾਜ ਪ੍ਰਬੰਧ ਦਾ ਇਹ ਕਿੱਸਾ ਬੜਾ ਮਸ਼ਹੂਰ ਰਿਹਾ। ਉਹਨੂੰ ਮੁਹਾਵਰਿਆਂ ਦੇ ਵਿੱਚ ਵੀ ਜਦੋਂ ਵਰਤਿਆ ਗਿਆ ਪੰਜਾਬੀ ਦੇ, ਤੇ ਉਦਾਹਰਨ ਮਹਾਰਾਜਾ ਰਣਜੀਤ ਸਿੰਘ ਜੀ ਦੀ ਹੀ ਦਿੱਤੀ ਗਈ। ਇੱਕ ਅੱਖ ਦੇ ਨਾਲ ਵੇਖਣਾ, ਤੇ ਉਸ ਸੈਂਟੈਂਸ ਨੂੰ ਪੂਰਾ ਕਰਨ ਵਾਸਤੇ ਮੁਹਾਵਰੇ ਨੂੰ ਇਹ ਵਾਕ ਵਰਤਿਆ ਜਾਂਦਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਸਾਰੀ ਪ੍ਰਜਾ ਨੂੰ ਆਪਣੇ ਰਾਜ ਦੇ ਵਿੱਚ ਇੱਕ ਅੱਖ ਨਾਲ ਭਾਵ ਜਿਹੜਾ ਉਹ ਬਰਾਬਰ ਤੇ ਤੁੱਲ ਜਿਹੜਾ ਸੀ ਉਹ ਸਮਝਦੇ ਸਨ। ਰਾਜ ਪ੍ਰਬੰਧ ਇੱਦਾਂ ਦਾ ਹੋਣਾ ਚਾਹੀਦਾ ਸੀ, ਕੋਈ ਗਰੀਬੜਾ ਆ ਗਿਆ, ਕੋਈ ਅਮੀਰ ਆ ਗਿਆ, ਕੋਈ ਗਰੀਬ ਆ ਗਿਆ, ਆਦਿਕ ਹਰ ਇੱਕ ਨੂੰ ਇੱਕ ਅੱਖ ਦਾ ਵੇਖਦਾ, ਪਰ ਉੱਦਾਂ ਦਾ ਰਾਜ ਭਾਗ ਤੂੰ ਚਲਾ ਨਾ ਸਕਿਆ। ਦੁਨੀਆ ਪੁਕਾਰੇ ਤੇ ਲੋਕੀ ਤੇਰੀ ਪ੍ਰਜਾ ਜਿਹੜੀ ਹੈ ਉਹ ਤੈਨੂੰ ਰਾਜਾ ਤੇ ਮੰਨਦੀ ਨਹੀਂ, ਤੈਨੂੰ ਤੇ ਕੰਜੂਸ ਬਾਦਸ਼ਾਹ ਕਹਿੰਦੀ ਸੀ। ਤੂੰ ਉਹਨਾਂ ਨੂੰ ਜਿਹੜਾ ਸੀ ਦੰਡ ਦੇ ਰਿਹਾ ਸੀ, ਉਹਨਾਂ ਤੇ ਧੱਕਾ ਕਰ ਰਿਹਾ ਸੀ, ਇਸ ਕਰਕੇ ਉਹ ਵੀ ਪੁਕਾਰ ਰਹੇ ਸਨ, ਕੁਰਲਾਹਟਾਂ ਪਾ ਰਹੇ ਹਨ ਜੀ। ਅੰਦਰ ਮਹਿਲ ਕੇ ਤੂੰ ਬੈਠਾ ਹੈ ਜਾਏ, ਕਦੀ ਆਪਣੇ ਰਾਜ ਪ੍ਰਬੰਧ ਦਾ ਜਾਇਜ਼ਾ ਹੀ ਨਹੀਂ ਲਿਆ, ਸਿਰਫ ਆਪਣੇ ਰਾਜ ਭਾਗ ਦੇ ਅੰਦਰ ਹੀ ਜਿਹੜਾ ਹੈ ਪਲੰਘਾਂ ਦੀ ਜਿਹੜੀ ਹੈ ਉਹ ਸੇਜਾ ਮੰਨਦਾ ਸੀ ਜੀ। ਹਰ ਮਾਸੇ ਖੇਲੇ ਖੁਸ਼ਬੋਈ ਹਵਾਏ, ਤੇ ਸਿਰਫ ਜਿਹੜਾ ਹੈ ਆਪਣੀਆਂ ਜਿਹੜੀਆਂ ਨੇ ਵਿਸ਼ੇ ਵਿਕਾਰਾਂ ਦਾ ਸਮਾਂ ਹੈ ਉਹੀ ਦਰਬਾਰ ਦੇ ਉੱਤੇ ਬਹਿ ਕੇ ਜਿਹੜਾ ਹੈ ਪਲੰਘਾਂ ਦੇ ਉੱਤੇ ਤੂੰ ਮੰਨਣਾ ਕੀਤਾ ਹੈ। ਨਾ ਸੂਝੇ ਨਾ ਬੂਝੇ ਬਾਹਰ ਕਿਆ ਹੋਏ, ਤੈਨੂੰ ਇਸ ਗੱਲ ਦੀ ਕੋਈ ਸੂਝ-ਬੂਝ ਨਹੀਂ ਹੈ ਕਿ ਤੇਰੇ ਰਾਜ ਪ੍ਰਬੰਧ ਦੇ ਵਿੱਚ ਮਹੱਲਾਂ ਤੋਂ ਬਾਅਦ ਵੀ ਦੁਨੀਆ ਜਿਹੜੀ ਹੈ ਉਹ ਕੀ ਕਰ ਰਹੀ ਹੈ, ਪ੍ਰਜਾ ਸੁਖੀ ਹੈ ਜਾਂ ਤੰਗ ਹੈ। ਹਰਾਮੀ ਗਰੀਬਾ ਕੋ ਮਾਰੇ ਬਗੋਏ, ਜਾਨਾ ਕੋ ਸਤਨਾਮ ਸ੍ਰੀ ਵਾਹਿਗੁਰੂ। ਵੇਖੋ ਕਿੱਡੀ ਵੱਡੀ ਚਪੇੜ ਹੈ ਉਸ ਕਾਰਨ ਬਾਦਸ਼ਾਹ ਨੂੰ ਕਿ ਸਿੱਧੇ ਅਲਫਾਜ਼ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਤੂੰ ਦੁਨੀਆ ਦੇ ਉੱਤੇ ਉਹਨਾਂ ਮਨੁੱਖਾਂ ਦੀ ਗਿਣਤੀ ਦੇ ਵਿੱਚ ਗਿਣਿਆ ਜਾਵੇਗਾ ਜਿਹਨੂੰ ਲੋਕ ਜਿਹੜੇ ਲਾਹਨਤਾਂ ਪਾਉਂਦੇ ਨੇ, ਜਿਹਨੂੰ ਲੋਕ ਧਿਕਾਰਾਂ ਪਾਉਂਦੇ ਨੇ। ਇਹ ਗਰੀਬਾਂ ਦੇ ਉੱਤੇ ਜਿਹੜਾ ਹੈ ਉਹ ਧੱਕਾ ਕਰਦਾ ਰਿਹਾ। ਬਾਣੀ ਨੇ ਵੀ ਬਿਆਨ ਕੀਤਾ ਹੈ, ਗਰੀਬਾਂ ਉੱਪਰ ਜੇ ਖਿੰਜੈ ਦਾੜੀ ਪਾਰ ਬ੍ਰਹਮਸਾ ਅਗਨ ਮਸਾ। ਪਿਆਰਿਆ, ਮਾਤੜਾਂ ਦੇ ਉੱਤੇ ਜ਼ੋਰ ਤੇ ਜ਼ੁਲਮ ਕਰਦਾ ਰਿਹਾ। ਵਸਤੀ ਉਜਾਰੇ ਫਿਰ ਨਾ ਵਸਾਵੇ, ਤੇ ਜਿਹੜੀਆਂ ਵਸਦੀਆਂ ਹੋਈਆਂ ਬਸਤੀਆਂ ਸਨ, ਭਾਵ ਘਰ ਸਨ, ਉਹਨਾਂ ਨੂੰ ਤੇਰਾ ਹੈ ਤੂੰ ਉਜਾੜ ਦਿੱਤਾ ਤੇ ਉਹਨਾਂ ਨੂੰ ਫਿਰ ਕਦੇ ਵੀ ਉਹਨਾਂ ਪਰਿਵਾਰਾਂ ਦਾ ਤੇਰੇ ਰਾਜ ਪ੍ਰਬੰਧ ਦੇ ਜਿਹੜਾ ਹੈ ਉਹ ਵਾਸਾ ਨਾ ਹੋਇਆ। ਤੇ ਬਿਲਕੁਲ ਸੱਚਾਈ ਰਹੀ। ਜਿਹਨੂੰ ਇਹਨੇ ਤੰਗ ਕੀਤਾ ਉਸ ਪੈਸੇ ਦੇ ਕਰਕੇ, ਤੇ ਇਹੋ ਜਿਹੇ ਘਰ ਬਾਹਰ ਰਹੇ ਜਿਨ੍ਹਾਂ ਨੇ ਇੱਕ ਤੋਂ ਤੰਗ ਹੋ ਕਰਕੇ ਆਪਣੇ ਘਰ ਬਾਹਰ ਵੇਚ ਦਿੱਤੇ, ਪ੍ਰਦੇਸ਼ਾਂ ਨੂੰ ਚਲੇ ਗਏ, ਇਸ ਰਾਜ ਨੂੰ ਰੋਮ ਦੇਸ਼ ਨੂੰ ਛੱਡ ਕੇ। ਦੁਬਾਰਾ ਉਹਨਾਂ ਦਾ ਵਸੇਬਾ ਇਸ ਰੋਮ ਦੀ ਧਰਤੀ ਦੇ ਉੱਤੇ ਨਹੀਂ ਹੋਇਆ ਜੀ। ਭੁਕੇ ਪਤਾਰੇ ਤੋਂ ਦਾਦਾ ਨਾ ਪਾਵੇ, ਜੇ ਕਿਤੇ ਆ ਕੇ ਉਹ ਤੈਨੂੰ ਪੁਕਾਰ ਕਰਦੇ ਸਨ,
ਤੂੰ ਕਦੀ ਵੀ ਉਹਨਾਂ ਦੀ ਫਰਿਆਦ, ਕਦੀ ਵੀ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ। ਲੱਖ ਕਰੋੜੀ ਕਰੇ ਬੇਸ਼ੁਮਾਰ, ਤੂੰ ਲੱਖਾਂ ਤੇ ਕਰੋੜਾਂ ਹੀ ਬੇਸ਼ੁਮਾਰ ਧਨ ਦੌਲਤ ਜਿਹੜੀ ਹੈ ਇਕੱਠੀ ਕਰ ਲਈ ਸੀ। ਕਈ ਕਿਰਸਾਨ ਬਾ ਪੂਰੇ ਮਰਵੀਏ ਹਜ਼ਾਰ, ਤੇ ਤੇਰੇ ਰਾਜ ਪ੍ਰਬੰਧ ਦੇ ਵਿੱਚ ਜਿਹੜੇ ਕਿਸਾਨ ਸਨ, ਖੇਤੀਬਾੜੀ ਦੇ ਕਿੱਤੇ ਦੇ ਨਾਲ ਜੁੜੇ ਹੋਏ ਸਨ, ਤੂੰ ਉਹਨਾਂ ਨੂੰ ਵੀ ਜਿਹੜਾ ਆਪਣੇ ਅਧੀਨ ਕੀਤਾ ਹੋਇਆ ਸੀ ਕਿ ਉਹ ਸ਼ਮਾਈ ਜਿਹੜੀ ਹੈ ਤੈਨੂੰ ਭਰਦੇ ਜਾਂਦੇ ਸਨ, ਪਰ ਕਦੇ ਵੀ ਉਹਨਾਂ ਦਾ ਕਰਜ਼ਾ ਸਿਰ ਦੇ ਉੱਤੋਂ ਉਤਰਿਆ ਨਹੀਂ। ਜਿੰਨੇ ਕੇ ਦਾਣੇ ਉਹਨੇ ਕੇ ਅੱਗੇ ਹੋਰ ਚੜ ਜਾਣੇ, ਜਿੰਨੇ ਕੇ ਪੈਸੇ ਲੱਥਨੇ ਉਹਨੇ ਕੇ ਹੋਰ ਜਿਹੜੇ ਚੜ ਜਾਣੇ, ਜਿਹਨੂੰ ਆਪਾਂ ਅੱਜ ਕਹਿ ਦਿੰਦੇ ਹਾਂ ਵਿਆਜੀ ਪੈਸੇ ਲੈਣੇ। ਤੇ ਵਿਆਜੀ ਪੈਸਿਆਂ ਦੇ ਉੱਤੇ ਜਿਹੜਾ ਹੈ ਘਰ-ਬਾਰ ਕੀ, ਜ਼ਮੀਨਾਂ ਜਾਇਦਾਦਾਂ ਕੀ, ਸਭ ਕੁਝ ਕਈ ਵਾਰ ਜਿਹੜਾ ਹੈ ਉਹ ਤਬਾਹ ਹੋ ਜਾਂਦਾ। ਤੇਰਾ ਰਾਜ ਪ੍ਰਬੰਧ ਇਸ ਤਰ੍ਹਾਂ ਦਾ ਰਿਹਾ ਹੈ ਜੀ। ਹਾਕਮ ਕਹਾਵੇ ਹੁਕਮਤ ਨਾ ਹੋਏ, ਪਰ ਤੂੰ ਆਪਣੇ ਆਪ ਨੂੰ ਬਾਦਸ਼ਾਹ ਕਹਾਉਂਦਾ ਹੈ, ਪਰ ਤੇਰੇ ਕੋਲ ਚੰਗੀ ਬਾਦਸ਼ਾਹੀ, ਚੰਗੀ ਹਕੂਮਤ ਜਿਹੜੀ ਹੈ, ਤੂੰ ਇੱਕ ਚੰਗਾ ਨੁਮਾਇੰਦਾ ਬਣ ਕੇ ਨਹੀਂ ਵਿਚਰਿਆ। ਦੁਨੀਆ ਕਾ ਦੀਵਾਨਾ ਫਿਰ ਮਸਤ ਲੋਏ, ਬਸ ਦੁਨੀਆ ਦੇ ਰਸਾਂ ਕਸਾਂ ਦੇ ਵਿੱਚ ਦੀਵਾਨਾ ਹੋਇਆ, ਬਸ ਮਸਤੀ ਦੇ ਵਿੱਚ ਹੀ ਜਿਹੜਾ ਪੈਸੇ ਦੇ ਨਸ਼ੇ ਦੇ ਵਿੱਚ ਹੀ ਝੂਲਦਾ ਰਿਹਾ ਹੈ। ਲੂਟੇ ਮੁਲਕ ਔਰ ਪਹਿਰੇਵਾ ਖਾਏ, ਮੁਲਕ ਨੂੰ ਲੁੱਟ ਕੇ ਉਹਨਾਂ ਦਾ ਪਰਾਇਆ ਧਨ ਜਿਹੜਾ ਹੈ ਉਹ ਲੁੱਟਿਆ ਤੂੰ, ਤੇ ਉਹ ਲੁੱਟ ਕੇ ਹੀ ਆਪ ਜਿਹੜਾ ਹੈ ਪਹਿਨਦਾ ਹੈ ਤੇ ਖਾਵਦਾ ਹੈ ਜੀ। ਦੋਜਕ ਕੀ ਆਤਸ ਮਾਰੇਗੀ ਜਲਾਏ, ਇਸ ਕਰਕੇ ਤੈਨੂੰ ਜਿਹੜਾ ਹੈ ਨਰਕਾਂ ਦੀ ਅੱਗ ਜਿਹੜੀ ਹੈ ਉਹ ਜਲਾ ਦੇਵੇਗੀ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੁਸਲਮਾਨ ਹੈ ਤੇ ਉਹਨੂੰ ਸਾਹਮਣੇ ਖਲੋ ਕਰਕੇ ਮੇਰੇ ਪਾਤਸ਼ਾਹ ਹੂਬਹੂ ਜਿਹੜਾ ਹੈ ਉਹ ਕਹਿ ਰਹੇ ਨੇ। ਇੱਕ ਤੇ ਹੁੰਦੀ ਨਾ ਕਿ ਪਿੱਠ ਪਿੱਛੇ ਜਾ ਕੇ ਗੱਲ ਕਰਨੀ ਤੇ ਫਿਰ ਕਿਸੇ ਨੇ ਬੁਲਾ ਕੇ ਪੁੱਛ ਲੈਣਾ, ਉਹ ਨਹੀਂ, ਹੂਬਹੂ ਸਾਹਮਣੇ ਜਿਹੜੀ ਹੈ ਉਹ ਗੱਲ ਹੋ ਰਹੀ ਹੈ ਕਿ ਤੈਨੂੰ ਦੋਜਕ ਦੀ ਅੱਗ ਦੇ ਵਿੱਚ ਸੜਨਾ, ਭਾਵ ਨਰਕਾਂ ਵਿੱਚ ਸੜਨਾ ਪਵੇਗਾ। ਗਰਬ ਸਿਨਾ ਦੇਖ ਦੁਨੀਆ ਕੇ دیਵਾਨੇ, ਇਹ ਦੁਨੀਆ ਦੇ ਰਸਾਂ ਕਸਾਂ ਦੇ ਵਿੱਚ دیਵਾਨੇ ਹੋਏ ਕਾਰੂ ਬਾਦਸ਼ਾਹ ਆਪਣੇ ਗਰਭ ਨੂੰ ਇੰਨਾ ਨਾ ਵਧਾ ਕਿ ਦੁਨੀਆ ਨੂੰ ਆਪਣੇ ਹੰਤਾ ਦੇ ਰੂਪ ਦੇ ਵਿੱਚ ਹੀ ਤੂੰ ਦੇਖੀ ਜਾਵੇ। ਹਮੇਸ਼ਾ ਨਾ ਰਹੇਗੀ ਤੂੰ ਐਸੀ ਨਾ ਜਾਣੇ, ਦੇਖ ਜੋ ਤੇਰੇ ਕੋ ਅੱਜ ਰਾਜ ਸੰਪਰਦਾ ਧਨ ਦੌਲਤ ਆ ਖੁਸ਼ੀਆਂ ਦੇ ਟਿਕਾਣੇ ਹਨ, ਇਹ ਹਮੇਸ਼ਾ ਨਹੀਂ ਰਹਿਣੇ। ਮਾਇਆ ਕੇ ਸੁਖ ਚਾਰ ਦਿਹਾੜੇ ਜਾਂਦੇ ਬਿਲਮ ਨਾ ਹੋਈ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੁਹਿਆ ਵਿਰਲਾ ਬੂਝੈ ਕੋਈ। ਇਹ ਦਮੜੇ ਜਿਹੜੇ ਨੇ ਕਿਸੇ ਕੋਲ ਟਿਕੇ ਨਹੀਂ ਰਹਿੰਦੇ ਰਾਜਨ। ਉਠਾਏ ਸਭਾ ਉਸ ਕੋ ਲਾਗੇ ਨਾ ਬਾਰ, ਉਠਾਏ ਸਭਾ ਉਸ ਕੋ ਲਾਗੇ ਨਾ ਬਾਰ। ਮਾਲਕ ਦੇ ਘਰ ਦੀ ਕਹਾਣੀ ਇਦਾਂ ਦੀ ਹੈ ਕਾਰੂ ਬਾਦਸ਼ਾਹ, ਜਦੋਂ ਉਹਨੇ ਪਲਟੀ ਮਰਵਾਈ ਨਾ ਤੇ ਉਹਨੂੰ 1 ਮਿੰਟ ਵੀ ਨਹੀਂ ਲੱਗਣਾ, ਉਹਨੂੰ ਸਮਾਂ ਰੱਤੀ ਭਰ ਵੀ ਨਹੀਂ ਲੱਗਣਾ। ਜਿਹਨੂੰ ਆਪਾਂ ਕਹਿੰਦੇ ਨਾ ਪਾਤਾਲਾਂ ਪਤਾਲ, ਲੱਖ ਆਗਾਸਾਂ ਆਗਾਸ। ਇੱਕ ਹੋਰ ਬਚਨ ਆਇਆ ਆਸਾ ਜੀ ਦੀ ਵਾਰ ਦੇ ਵਿੱਚ, ਆਪੇ ਸਾਜੇ ਕਰੇ ਆਪ ਜਾਏ ਪੀ ਰੱਖੇ ਆਪ, ਕਿਸ ਨੂੰ ਕਹੀਏ ਨਾਨਕਾ ਸਭ ਕੁਛ ਆਪੇ ਆਪ। ਉਹ ਸਭ ਕੁਝ ਕਰਨ ਦੇ ਸਮਰੱਥ ਹੈ ਪਿਆਰਿਆ, ਛਿਨ ਭਰ ਦਾ ਸਮਾਂ ਨਹੀਂ ਲੱਗਦਾ ਉਹ, ਜਦੋਂ ਸੰਸਾਰ ਨੂੰ ਹੀ ਉਹ ਪਲਟੀ ਜਿਹੜੀ ਹੈ ਮਰਵਾ ਦੇਵੇ। ਇਸ ਕਰਕੇ ਰੱਬ ਤੋਂ ਤੂੰ ਡਰਨਾ ਕਰ। ਕਿਸ ਕੀ ਜੇ ਦੁਨੀਆ ਕਿਸ ਕੇ ਕਾਰਬਾਰ, ਫਿਰ ਇਹ ਕਿਸ ਦੀ ਦੁਨੀਆ ਰਹੇਗੀ, ਇਹ ਘਰ-ਬਾਰ ਜਿਹੜੇ ਨੇ ਕਿਸ ਦੇ ਰਹਿਣਗੇ ਜਦੋਂ ਉਹਨੇ ਸਭ ਕੁਝ ਤੈਸ਼ ਨੈਸ਼ ਕਰ ਦਿੱਤਾ। ਚੰਦ ਰੋਜ਼ ਚੱਲਣਾ ਕਿਸ ਪਕਰੋ ਕਰਾਰ, ਚੰਦ ਰੋਜ਼ਾਂ ਦਾ ਮੇਲਾ ਹੈ ਇਸ ਦੁਨੀਆ ਦੇ ਉੱਤੇ ਪਿਆਰਿਆ। ਜਿਹੜਾ ਕਰਾਰ ਰੱਬ ਦੇ ਨਾਲ ਕਰਕੇ ਆਇਆ ਨਾ ਕਿ ਤੇਰੀ ਬੰਦਗੀ ਕਰੇਗਾ, ਉਹ ਕਰਾਰ ਨੂੰ ਜਿਹੜਾ ਹੈ ਆਪਣੇ ਹਿਰਦੇ ਦੇ ਵਿੱਚ ਜਿਹੜਾ ਹੈ ਯਾਦ ਕਰ। ਦੇਖ ਗਹਿਰੀ ਕਰਕੇ ਨੀਂਦ ਖੁਦਾਈ, ਉੱਪਰ ਮੰਡਪ ਛਾਏ, ਮਾਰ ਕੁੰਡੇ ਤੇ ਕੋ ਅਧਕਾਈ, ਜਿਨ ਧਰਨ ਕਰ ਮੂਨ ਬੁਲਾਈ। ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਭ ਕਰਤ ਹੋ, ਬਿਨ ਸਜਾਹੇ ਝੂਠੀ ਦੇਹੀ, ਮੇਰੀ ਮੇਰੀ कैरों करते दर जोदन से भाई, बाहे जोदन सित चले था, देही गिरजन खाई, दुर्बासा स्यों करत ठगोरी, जादव ए फल पाए, कृपा करी जन अपने ऊपर, नाम दियो हर गुण का।
ਇੱਥੇ ਕਈ ਆਏ ਕਈ ਚਲੇ ਗਏ ਪਿਆਰਿਆ, ਦੇਖ ਚੰਦ ਰੋਜ਼ ਚੱਲਣਾ ਕਿਛ ਪਕੜੋ ਕਰਾਰ। ਚੰਦ ਦਿਨ ਹੈ ਦੁਨੀਆ ਦਾ ਮੇਲਾ, ਇਹ ਸੰਸਾਰ ਇਸ ਮੇਲੇ ਦੇ ਵਿੱਚ ਆਇਆ ਹੈ ਤੇ ਰੱਬ ਦਾ ਨਾਮ ਜਿਹੜਾ ਹੈ ਯਾਦ ਕਰ, ਜਿਹੜਾ ਕਰਾਰ ਕਰਕੇ ਆਇਆ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ। ਆਇਓ ਪੜਨ ਸੁਣਨ ਕੋ ਬਾਣੀ, ਜਿਹੜਾ ਕਰਮ ਕਰਨ ਤੋਂ ਆਇਆ ਸੀ, ਜਿਹਨੂੰ ਬਾਬਾ ਕਹਿੰਦਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੇ ਅਰੋਗਾ, ਕੋਟ ਬਿਗਨ ਲਾਗ ਤਮ ਸ਼ਰਨਾ ਪ੍ਰਗਟੇ ਭਲੇ ਸੰਜੋਗਾ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਨੋ ਪੜੋ ਨਿਤ ਭਾਈ, ਗੁਰ ਪੂਰੇ ਤੂੰ ਰਾਖਿਆ। ਇਹ ਤੇਰਾ ਕਰਮ ਸੀ। ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਸਤਿਗੁਰੂ ਬਿਨਾ ਗੁਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਤੂੰ ਕੱਚਿਆਂ ਦੇ ਨਾਲ ਜੁੜ ਕੇ ਜੀਵਨ ਜਿਹੜਾ ਤਬਾਹ ਕਰੀ ਜਾ ਰਿਹਾ ਹੈ ਜੀ। ਨਾ ਕੋ ਚਹਿਰਤ ਬਹੁਤ ਦੁਨੀਆ ਕੇ ਜਾਰ। ਇਸ ਕਰਕੇ ਦੁਨੀਆ ਦਾ ਹਿਰਸ ਜਿਹੜਾ ਹੈ ਮਨ ਦੇ ਵਿੱਚ ਜਿਹੜਾ ਹੈ ਉਹ ਨਾ ਰੱਖ, ਕਿਉਂਕਿ ਇੱਕ ਦਿਨ ਇਹ ਦੁਨੀਆ ਵੀ ਜਿਹੜੀ ਹੈ ਨਾ ਉਹ ਤਬਾਹ ਹੋ ਜਾਣੀ ਹੈ। ਕਿਨੂੰ ਸੱਜਣ ਤੇ ਬੇਲੀ ਬਣਾਈ ਫਿਰਦਾ ਹੈ। ਬੜੇ ਮਿੱਤਰ ਮਨੁੱਖ ਕਈ ਵਾਰ ਸੰਸਾਰ ਦੇ ਉੱਤੇ ਇਕੱਠੇ ਕਰ ਲੈਂਦਾ ਹੈ ਕਿ ਇਹ ਮੇਰਾ ਮਿੱਤਰ ਹੈ, ਇਹ ਮੇਰਾ ਸੱਜਣ ਹੈ, ਅੰਤ ਵੇਲੇ ਕੰਮ ਆਵੇਗਾ। ਤੇ ਕਹਿੰਦੇ ਇਹਦਾ ਹਿਰਸ ਨਾ ਕਰ ਮਨ ਦੇ ਵਿੱਚ, ਇਹਨਾਂ ਨੇ ਤੇਰੇ ਕੰਮ ਨਹੀਂ ਆਉਣਾ। ਸ਼ਰਮਿੰਦਾ ਨਾ ਹੋ ਕਸ ਨੇ ਕੀ ਕਮਾਏ। ਉਹ ਕਰਮ ਕਰ ਜਿਸ ਨਾਲ ਮਾਲਕ ਦੀ ਦਰਗਾਹ ਦੇ ਵਿੱਚ ਤੈਨੂੰ ਸ਼ਰਮਿੰਦਾ ਨਾ ਹੋਣਾ ਪਵੇ। ਨਾਨਕ ਕਾ ਜਾਮਾ ਤੂੰ ਪਹਿਰੇ ਨਾ ਜਾਏ। ਇਸ ਕਰਕੇ ਮੰਦੇ ਕਰਮ ਨੂੰ ਛੱਡ ਦੇ, ਜਿਹਦੇ ਨਾਲ ਤੈਨੂੰ ਜਿਹੜਾ ਹੈ ਲਾਹਨਤ ਦਾ ਜਾਮਾ, ਭਾਵ ਲੋਕੀ ਤੈਨੂੰ ਲਾਹਨਤਾਂ ਨਾ ਪਾਉਣ, ਤੇਰਾ ਰੂਪ ਜਿਹੜਾ ਹੈ ਇਸ ਤਰ੍ਹਾਂ ਦਾ ਨਾ ਬਣ ਜਾਵੇ। ਗਫਲਤ ਕਰੋਗੇ ਤੋ ਖਾਓਗੇ ਮਾਰ। ਤੇ ਜੇ ਕਿਤੇ ਗਫਲਤ ਭਾਵ ਮਾੜੇ ਕਰਮ ਕਰੋਗੇ ਤੇ ਫਿਰ ਛਿੱਤਰ ਤੇ ਜਿਹੜੇ ਨੇ ਉਹ ਵਜਨੇ ਹੀ ਵਜਨੇ ਹਨ। ਬੇਟੀ ਵਾ ਬੇਟਾ ਲਏਗਾ ਨਸਾਰ। ਤੇਰੀ ਹੋਵੇ ਬੇਟੀ, ਤੇਰਾ ਹੋਵੇ ਪੁੱਤਰ, ਉਹਨਾਂ ਦੋਨਾਂ ਦੇ ਵਿੱਚੋਂ ਵੀ ਕਿਸੇ ਨੇ ਫਿਰ ਤੇਰੀ ਸਾਰ ਨਹੀਂ ਪੁੱਛਣੀ। ਜਦੋਂ ਬੰਦਾ ਮਾੜੇ ਕਰਮ ਕਰਦਾ ਹੈ ਨਾ ਤੇ ਉਦੋਂ ਕੋਈ ਫਿਰ ਸਾਰ ਨਹੀਂ ਲੈਂਦਾ। ਤੋਬਾ ਕਰੋ ਬਹੁਤ ਕੀਜੇ ਨਾ ਜੋਰ। ਇਸ ਕਰਕੇ ਆਪਣੇ ਪਾਪਾਂ ਦੀ ਤੋਬਾ ਕਰ ਲੈ, ਕਿਸੇ ਦੇ ਉੱਤੇ ਜ਼ੋਰ ਭਾਵ ਜ਼ੁਲਮ ਨਾ ਕਰ। ਦੋਜਗ ਕੀ ਆਤਸ ਜਲਾਵੇਗੀ ਗੋਰ। ਦੋਜਗ ਦੀ ਅੱਗ ਦੇ ਵਿੱਚ ਤੈਨੂੰ ਜਿਹੜਾ ਹੈ ਉਹ ਕਬਰ ਦੇ ਵਿੱਚ ਜਿਹੜਾ ਹੈ ਉਹ ਕਸ਼ਟ ਝੱਲਣੇ ਪੈਣਗੇ। ਮਸਾਇਕ ਪੈਗੰਬਰ ਕੇ ਤੇ ਸਾਖਾਨ। ਦੇਖ ਇੱਥੇ ਵੱਡੇ ਵੱਡੇ ਆਏ ਪੈਗੰਬਰ ਮਸਾਇਕ, ਜਿਹੜੇ ਆਪਣੇ ਆਪ ਨੂੰ ਬੜੇ ਵਲੀ ਦਸਾਉਂਦੇ ਸਨ ਜੀ। ਨਾ ਦਿਸ ਜੇਮੀ ਪਰ ਉਹਨੂੰ ਕੇ ਨਿਸ਼ਾਨ। ਤੇ ਇਹੋ ਜਿਹੇ ਵੱਡੇ ਵੱਡੇ ਪੈਗੰਬਰ ਔਲੀਏ ਆਦਿਕ, ਉਹਨਾਂ ਦਾ ਕੋਈ ਨਾਮੋ ਨਿਸ਼ਾਨ ਅੱਜ ਜ਼ਮੀਨ ਤੇ ਹੈ? ਕਿਤੇ ਵੀ ਨਹੀਂ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਸਿੱਖਾਂ ਨੂੰ ਪੁੱਛਦੇ ਨੇ ਕਿ ਬਾਬਾ ਕਬੀਰ ਸਾਹਿਬ ਜੀ ਦੇ ਵੇਲੇ ਜਿਹੜਾ ਹੈ ਕਿਹੜਾ ਬਾਦਸ਼ਾਹ ਸੀ ਆਦਿਕ। ਹੁਣ ਸਿੱਖ ਕੋਈ ਹੋਰ ਨਾਂ ਲਈ ਜਾਂਦਾ, ਕੋਈ ਹੋਰ ਨਾਂ ਲਈ ਜਾਂਦਾ, ਤੇ ਫਿਰ ਕਹਿੰਦੇ ਉਹਨਾਂ ਦੇ ਸਮੇਂ ਜਿਹੜਾ ਹੈ ਤੁਹਾਨੂੰ ਕਿਹੜਾ ਨਾਂ ਯਾਦ ਹੈ? ਕਹਿੰਦੇ ਬਾਬਾ ਕਬੀਰ ਜੀ ਦਾ ਯਾਦ ਹੈ। ਉਹ ਕਹਿੰਦੇ ਬਸ ਇਹੀ ਸਮਝਾਉਣਾ ਚਾਹੁੰਦੇ ਸਾਂ ਕਿ ਜਿਹੜੇ ਭਗਤੀ ਵਾਲੇ ਨੇ, ਜਿਹੜੇ ਹਰੀ ਦੇ ਪਿਆਰੇ ਨੇ, ਹਰੀ ਦੇ ਜਨ ਨੇ ਨਾ, ਉਹਨਾਂ ਦਾ ਨਾਮ ਸਦੀਵ ਕਾਲ ਰਹਿ ਜਾਂਦਾ ਹੈ ਸੰਸਾਰ ਦੇ ਉੱਤੇ। ਪਰ ਉਹਨਾਂ ਦੇ ਸਮੇਂ ਦੀਆਂ ਹਕੂਮਤਾਂ ਦੇ ਨਾਂ ਜਿਹੜੇ ਨੇ ਉਹ ਆਬਾਦ ਨਹੀਂ ਰਹਿੰਦੇ ਸਦਾ, ਉਹ ਲੋਕੀ ਜਿਹੜੇ ਭੁੱਲ ਜਾਂਦੇ ਨੇ। ਇਸ ਕਰਕੇ ਕਾਬੂ ਬਾਦਸ਼ਾਹ ਦੇਖ ਇਹੋ ਜਿਹੇ ਬੜੇ ਇੱਥੇ ਆਏ ਤੇ ਜਿਨ੍ਹਾਂ ਦੇ ਅੱਜ ਨਾਮੋ ਨਿਸ਼ਾਨ ਵੀ ਜਿਹੜੇ ਸੰਸਾਰ ਦੇ ਉੱਤੇ ਨਹੀਂ ਲੱਭਦੇ। ਚਲ ਤੇ ਕਬੂਤਰ ਜਾਨਵਰ ਕੀ ਛਾਓ। ਤੇ ਤੂੰ ਜਿਹੜਾ ਆਪਣਾ ਮਾਨ ਸੱਤਾ ਜਿਹੜੀ ਹੈ ਉਹ ਛਤਰਾਂ ਦੀ ਛਾਇਆ ਦੇ ਹੇਠ ਚਲਾਉਂਦਾ ਹੈ। ਕੀਤੇ ਖਾਕ ਹੋਏ ਕੋਈ ਪੁੱਛੇ ਨਾ ਨਾਓ। ਉਹ ਸਾਰੇ ਮਿੱਟੀ ਦੇ ਵਿੱਚ ਖਾਕ ਹੋ ਗਏ, ਉਹਨਾਂ ਦਾ ਕੋਈ ਵੀ ਅੱਜ ਜਿਹੜਾ ਹੈ ਨਾਮ ਨਹੀਂ ਲੈਂਦਾ ਕਿ ਕਿਹੜੇ ਕਿਹੜੇ ਛਤਰਪਤੀ ਸੰਸਾਰ ਤੇ ਆਏ। ਪਤਾ ਹੀ ਨਹੀਂ ਕਿਸੇ ਨੂੰ ਕਿ ਕਿੰਨੇ ਕੇ ਆਏ ਤੇ ਕਿੰਨੇ ਕੇ ਚਲੇ ਗਏ ਹਨ। 40 ਗਜ ਜੋੜਿਓ ਨਾ ਰੱਖਿਓ ਈਮਾਨ। ਪਰ ਤੂੰ 40 ਗੰਜ ਜਿਹੜਾ ਹੈ ਉਹ ਧਨ ਜੋੜ ਲਿਆ, ਪਰ ਆਪਣਾ ਈਮਾਨ ਜਿਹੜਾ ਗਵਾ ਦਿੱਤਾ। ਦੇਖ ਲੋਕੋ ਕਾਰੂ ਹੋਤਾ ਪਰੇਸ਼ਾਨ। ਤੇ ਇਹ ਦੁਨੀਆ ਦੇ ਲੋਕ ਫਿਰ ਇਸ ਤਰ੍ਹਾਂ ਕਹਿੰਦੇ ਹਨ ਤੈਨੂੰ
ਤੈਨੂੰ ਤੇ ਨਹੀਂ ਨਾ ਪਤਾ, ਤੂੰ ਤੇ ਰਾਜ ਦਰਬਾਰ ਦੇ ਵਿੱਚ ਬੈਠਾ ਹੈ, ਆਪਣੀ ਹਕੂਮਤ ਕਰੀ ਜਾਂਦਾ ਹੈ। ਪਰ ਲੋਕ ਬਾਹਰ ਜਿਹੜੇ ਨੇ ਨਾ ਉਹ ਕਹਿੰਦੇ ਨੇ ਕਿ ਇਹ ਕਾਰੂ ਬਾਦਸ਼ਾਹ ਜਿਹੜਾ ਹੈ ਨਾ ਉਹ ਬੜਾ ਜ਼ੁਲਮੀ ਹੈ। ਕਾਰੂ ਬਾਦਸ਼ਾਹ ਜਿਹੜਾ ਹੈ ਆਪਣੇ ਜ਼ੁਲਮਾਂ ਦੇ ਕਰਕੇ ਹੀ ਜਿਹੜਾ ਹੁਣ ਪਰੇਸ਼ਾਨ ਹੋ ਰਿਹਾ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਈ ਵਾਰ ਮਨੁੱਖ ਨੂੰ ਪਤਾ ਨਹੀਂ ਲੱਗਦਾ ਕਿ ਮੈਂ ਕੀ ਕਰ ਰਿਹਾ ਹਾਂ, ਪਰ ਜਦੋਂ ਆਪਣੇ ਪਾਪਾਂ ਦਾ ਉਹਨੂੰ ਗਿਆਨ ਹੁੰਦਾ ਹੈ ਫਿਰ ਅੰਦਰੋਂ ਉਹ ਝੁਰਦਾ ਵੀ ਹੈ, ਪਰੇਸ਼ਾਨ ਵੀ ਹੁੰਦਾ ਹੈ। ਪਰ ਦੂਜੇ ਪਾਸੇ ਉਹਨੂੰ ਆਪ ਹੀ ਨਹੀਂ ਪਤਾ ਲੱਗਦਾ ਕਿ ਮੈਂ ਕਿਸੇ ਨਾਲ ਸਾਰੀ ਉਮਰ ਧੱਕਾ ਕਰਦਾ ਰਿਹਾ, ਪਰ ਲੋਕ ਉਹਦੇ ਪਾਪ ਜਿਹੜੇ ਨੇ ਗਿਣਦੇ ਨੇ ਫਿਰ ਉਂਗਲਾਂ ਦੇ ਉੱਤੇ ਕਿ ਇਹ ਮਨੁੱਖ ਐਸੋ ਜੈਸੀ ਆਹ ਕਰਮ ਜਿਹੜਾ ਉਹ ਕਰਦਾ ਰਿਹਾ। ਇਸ ਤਰ੍ਹਾਂ ਸਾਹਿਬ ਉਹਨੂੰ ਸਮਝਾਉਂਦੇ ਪਏ ਹਨ ਜੀ। ਨਿਦਾਨੀ ਜੇ ਦੁਨੀਆ ਵਾਫਾਨੀ ਮੁਕਾਮ, ਇਹ ਸਾਰੀ ਦੁਨੀਆ ਜਿਹੜੀ ਹੈ ਇੱਕ ਦਿਨ ਹੈ ਇਹ ਫਨਾ ਹੋ ਜਾਵੇਗੀ, ਇੱਕ ਦਿਨ ਮੁੱਕ ਜਾਵੇਗੀ। ਤੂੰ ਕੋ ਤਾਂ ਚਸ਼ਮ ਬੀਨੀ ਹੈ ਜਹਾਨ, ਤੇ ਤੂੰ ਵੀ ਜਿਹੜਾ ਹੈ ਚਸ਼ਮਦੀਦ ਗਵਾਹ ਹੈ ਕਿ ਇੱਕ ਦਿਨ ਤੇਰਾ ਵੀ ਇਹ ਸਰੀਰ ਜਿਹੜਾ ਹੈ ਸੰਸਾਰ ਤੇ ਨਹੀਂ ਰਹਿਣਾ। ਹਰ ਵਕਤ ਬੰਦੇ ਨਾ ਖਿਦਮਤ ਵਿਸਾਰ, ਇਸ ਕਰਕੇ ਇਹ ਭਾਈ ਹਰ ਸਮੇਂ ਉਸ ਪਰਮਾਤਮਾ ਦੀ ਜਿਹੜੀ ਹੈ ਨਾ ਖਿਦਮਤ ਜਿਹੜੀ ਹੈ ਉਹ ਵਿਸਾਰ ਨਾ ਕਰ। ਹਰ ਸਮੇਂ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਪਰਮਾਤਮਾ ਨੂੰ ਯਾਦ ਕਰ। ਮਸਤੀ ਓ ਗਫਲਤ ਸੇ ਬਾਜੀ ਨਾ ਹਾਰ, ਇਸ ਕਰਕੇ ਮਸਤੀ ਦੇ ਵਿੱਚ, ਗਫਲਤ ਦੇ ਵਿੱਚ ਇਹ ਸੰਸਾਰ ਦੇ ਉੱਤੇ ਆਇਆ ਹੋਇਆ ਮਨੁੱਖੀ ਜਨਮ ਜਿਹੜਾ ਤੈਨੂੰ ਮਿਲਿਆ ਹੈ ਨਾ, ਭਈ ਪ੍ਰਾਪਤ ਮਨੁੱਖ ਦੇ ਹੋ ਰਹੀ ਹੈ। ਜਾਂ ਆਪਾਂ ਪੜ੍ਹਦੇ ਬਾਣੀ ਦੇ ਅੰਦਰ 84 ਲੱਖ ਜੂਨ ਉਪਾਈ ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ। ਇਹ ਆਪਣਾ ਮਨੁੱਖਾ ਜਨਮ ਜਿਹੜਾ ਇਹਨੇ ਸਫਲਾ ਨਾ ਗਵਾ। ਤੋਬਾ ਨਾ ਕੀਤੀਆਂ ਕਰਕੇ ਗੁਨਾਹ, ਤੇ ਜੇ ਕਿਤੇ ਤੂੰ ਹੁਣ ਆਪਣੇ ਗੁਨਾਹ ਕਰਕੇ ਤੋਬਾ ਨਾ ਕੀਤੀ, ਭਾਵ ਆਪਣੇ ਪਾਪਾਂ ਦਾ ਪਛਤਾਪ ਨਾ ਕੀਤਾ, ਨਾਨਕ ਐਸੇ ਅਲਮ ਕੋ ਤੇਰੀ ਪਨਾਹ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਨਾਨਕ ਤੇ ਪਦ ਦੀ ਮੋਹ ਹੈ ਤੇ ਧਨ। ਕਵੀ ਰਾਜ ਜੀ ਕਹਿ ਰਹੇ ਨੇ, ਹੇ ਭਾਈ ਫਿਰ ਇਹੋ ਜਿਹੇ ਮਨੁੱਖਾਂ ਨੂੰ ਜਿਹੜੇ ਪਾਪਾਂ ਦੇ ਨਾਲ ਗਲਤਾਨ ਹੋਏ ਹੋਣ, ਜਿਨ੍ਹਾਂ ਦਾ ਕਿਤੇ ਵੀ ਕੋਈ ਸਾਥ ਜਿਹੜਾ ਦੇਣ ਵਾਲਾ ਨਾ ਹੋਵੇ, ਤੇ ਜੇ ਕਿਤੇ ਉਹ ਨਾਨਕ ਦੇ ਦਰ ਦੇ ਉੱਤੇ ਆ ਜਾਵੇ ਨਾ, ਉਹ ਨਾਨਕ ਦੇ ਦਰ ਦੇ ਉੱਤੇ ਬਖਸ਼ਿਆ ਜਾਂਦਾ ਹੈ। ਪਿਆਰ ਨਾਲ ਆਖੋ ਸਤਿਨਾਮ। ਜੋ ਸ਼ਰਮ ਆਏ ਤਿਸ ਕੰਠ ਲਾਏ, ਉਹਨੂੰ ਜਿਹੜਾ ਹੈ ਆਪਣੇ ਨਾਲ ਉਹ ਨਿਵਾਸ ਦਿੰਦਾ ਹੈ। ਇਹ ਕਾਰੂ ਬਾਦਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਹੁਣ ਸ਼ਰਨ ਦੇ ਵਿੱਚ ਹੈ। ਇਸ ਕਰਕੇ ਉਹਨੂੰ ਸਾਰੀਆਂ ਜ਼ਿੰਦਗੀ ਦੀਆਂ ਜੋ ਉਹਨੇ ਕੀਤਾ, ਉਹਨੂੰ ਸਿੱਖਿਆਵਾਂ ਇੱਕ ਨਸੀਹਤ ਰੂਪ ਦੇ ਵਿੱਚ ਦਿੱਤੀਆਂ, ਜਿਹਨੂੰ ਇਤਿਹਾਸ ਦੇ ਵਿੱਚ ਨਸੀਹਤਨਾਮਾ ਕਰਕੇ ਜਿਹੜਾ ਹੈ ਇਸ ਲਿਖਤ ਨੂੰ ਜਿਹੜਾ ਹੈ ਪ੍ਰਵਾਨਿਆ ਗਿਆ ਹੈ। ਸੋ ਆਪ ਜੀ ਨੇ ਉਹ ਨਸੀਹਤਨਾਮੇ ਦੇ ਅਰਥ ਜਿਹੜੇ ਨੇ ਉਹ ਸੁਣਨੇ ਕੀਤੇ ਨੇ। ਅੱਜ ਦੇ ਇਸ ਪਾਵਨ ਦੀਵਾਨਾਂ ਦੇ ਵਿੱਚ ਗੁਰੂ ਕਿਰਪਾ ਕਰੇ ਅਗਲੇ ਦੀਵਾਨਾਂ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਦੀ ਕਿਸ ਤਰ੍ਹਾਂ ਕਲਿਅੰਤਾ ਕਰ ਰਹੇ